ਰਾਤ ਨੂੰ ਡਰਦੀ ਨੂੰ ਤਾਪ ਚੜ ਜਾਂਦਾ, ਕਦੋਂ ਮਾਰਦਾ ਵੀ ਮੇਰੇ। ਅੱਛਾ, ਤੁਹਾਨੂੰ ਕੁੱਟਦਾ ਤੱਕ ਨਹੀਂ ਹੁੰਦਾ ਸੀ? ਮਾਰਦਾ ਤੇ ਮੇਰੇ, ਮੈਂ ਕੁਛ ਨਾ ਬੋਲਦੀ, ਮੈਂ ਆਖ ਦਿੰਦੀ ਚੱਲ ਕੋਈ ਨਾ, ਜੇ ਰਿਸ਼ਤੇਦਾਰ ਫੋਨ ਕਰ ਦਿੰਦੇ ਤੇਰਾ ਕੁਛ ਦੁੱਖ ਤਾਂ ਮੈਂ ਆਖ ਦਿੰਦੀ ਨਹੀਂ। ਮੈਂ ਉਹਨਾਂ ਨੂੰ ਕਦੇ ਅੱਜ ਤੱਕ ਰਿਸ਼ਤੇਦਾਰਾਂ ਨੂੰ, ਅੱਜ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਮੈਂ ਆਈ ਨਹੀਂ ਆਖਿਆ ਸੀਗਾ ਵੀ ਮੈਨੂੰ ਇਹ ਮਾਰਦਾ। ਬਾਈ ਇਹ ਦੇਣਾ ਕਿੱਥੇ ਦਿਓਗੇ ਯਾਰ? ਆਪਦੀ ਮਾਂ ਨੂੰ ਮਾਂ ਤੇ ਹੱਥ ਚੱਕਿਆ, ਦੇਣਾ ਕਿੱਥੇ ਦਿਓਗੇ ਯਾਰ? ਤਾਂ ਆਥਣੇ ਤਾਂ ਮੈਨੂੰ ਆਏ ਹੁੰਦਾ ਵੀ ਮਰ ਜੇ, ਜਦੋਂ ਰਾਤ ਨੂੰ ਤੰਗ ਕਰਦਾ, ਰੋਟੀ ਨਹੀਂ ਬਣਾਈ ਮਾਂ ਤੂੰ, ਆਟਾ ਨਹੀਂ, ਆਟਾ ਕਿੱਥੋਂ ਲਿਆਵਾਂ ਮੈਂ, ਕਿੱਥੋਂ ਕੋਈ ਦਾਲ ਪਾਣੀਆਂ ਲਿਆਵਾਂ ਡੱਕੇ ਨੇ, ਉਹਨੂੰ ਕੁਛ ਨਾ ਪਤਾ ਲੱਗਦਾ। ਘਰਦੇ ਨੂੰ ਇਹ ਹੋ ਸੀਗਾ ਕਿ ਮੇਰਾ ਸਾਡਾ ਘਰ ਦਾ ਵੀ ਮੁੰਡਾ ਵਧੀਆ ਪੜ੍ਹੂ ਲਿਖੂਗਾ। ਬਾਈ ਜੀ ਮੈਂ ਪੇਪਰ ਨਹੀਂ ਦਿੱਤੇ 10ਵੀਂ ਦੇ, ਮੈਂ ਫਿਲਮਾਂ ਦੇਖਣ ਵਗ ਜਾਣਾ, ਬਸ ਬਾਹਰ ਅੰਦਰ ਮੁੰਡਿਆਂ ਨਾਲ ਰਲ ਕੇ ਨਸ਼ੇ ਕਰਨੇ ਬਾਈ ਜੀ। ਤੇ ਬਸ ਉਹ ਦਲਤ ਮੈਂ ਵੱਧਦਾ ਅੱਜ 3 ਬੋਤਲਾਂ ਤੇ ਪਹੁੰਚ ਚੁੱਕਿਆ ਸੀ। ਤੇ ਤੜਕੇ ਪੁੱਤ 6:30 ਵਜੇ ਡੈਥ ਹੋ ਗਈ, ਇਹਨੂੰ ਮੈਂ ਉਠਾਇਆ, ਮੈਂ ਕਿਹਾ ਹੁਣ ਤਾਂ ਮਰ ਗਿਆ ਤੁਹਾਡਾ ਪਿਓ, ਹੁਣ ਤਾਂ ਖੜੇ ਹੋ ਜਾਓ। ਵੱਡਾ ਮੁੰਡਾ ਆਇਆ, ਉਹਨੇ ਆ ਕੇ ਮਾੜਾ ਜਿਹਾ ਚੱਕ ਲਿਆ, ਇਹਨੂੰ ਕੋਈ ਸੁਰਤ ਨਾ। ਸਵੇਰੇ ਇਹਦੀ ਦਾਰੂ ਪੀਤੀ ਹੋਈ ਸੀ? ਸਵੇਰੇ ਦਾਰੂ ਪੀਤੀ ਵੀ, ਪੂਰੇ ਰਾਤ ਨੂੰ ਆਇਆ ਉਹ ਡੱਕ ਕੇ ਉੱਠੇ ਹੀ ਨਹੀਂ, ਇਹਨੇ ਆਖਿਆ ਐਵੇਂ ਕਰਦੀ ਆ। ਜੀ ਮੇਰੀ ਮਾਸੀ ਦੇ ਲੜਕੇ ਦਾ ਵਿਆਹ ਸੀਗਾ ਜੀ, ਤੇ ਮੈਨੂੰ ਸੱਦਿਆ ਉੱਥੇ। ਜਦੋਂ ਮੈਂ ਗਿਆ ਸਾਰਿਆਂ ਨੇ ਕਹਿਤਾ ਜੀ, ਕਹਿੰਦੇ ਵੀ ਇਹਨੂੰ ਬਰਾਤਰੀ ਲੈ ਕੇ ਜਾਣਾ, ਇਹਦੀ ਪੀਣੀ ਬਹੁਤ ਮਾੜੀ ਹੈਗੀ। ਮੈਂ ਬਹੁਤ ਕਹਿੰਦੀ ਵੀ ਪੁੱਤ ਵੀ ਘਰ ਵੀ ਨਹੀਂ ਰਿਹਾ, ਹੁਣ ਤਾਂ ਤੂੰ ਦਾਰੂ ਛੱਡ ਦੇ। ਆਖ ਦਿੰਦਾ ਲੈ ਘਰ ਤੈਨੂੰ ਚਾਹੀਦਾਗਾ, ਮੈਂ ਮਰ ਜਾਊਂਗਾ, ਤੈਨੂੰ ਘਰ ਮਿਲ ਜਾਊਗਾ, ਤੂੰ ਉੱਥੇ ਵਗ ਜੀ, ਇੱਧਰ ਵਗ ਜੀ, ਇਹਨੇ ਕਿਉਂ ਸੁਣਨਾ। ਤੇ ਬਾਈ ਜੀ ਜਦੋਂ ਮੈਂ ਸੁਖਵੀਰ ਵੀਰ ਦੀ ਵੀਡੀਓ ਦੇਖੀ, ਦੇਖਦੇ ਬਾਈ ਮੇਰੇ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਹੰਝੂ ਆ ਗਏ। ਮੈਂ ਆਖਿਆ, ਮੈਂ ਮੰਮੀ ਨੂੰ ਆਖਿਆ, ਮੰਮੀ ਮੈਂ ਬਾਈ ਵਰਗਾ ਬਣਨਾਗਾ। ਮੈਂ ਪਹਿਲਾਂ ਜਿੰਮ ਜਾਂਦਾ ਹੁੰਦਾ ਸੀ ਬਾਈ, ਮੈਂ ਪੁਰਾਣੀਆਂ ਗੱਲਾਂ ਦੇ ਵਿੱਚ ਖੋ ਗਿਆ, ਮੈਂ ਪੁਰਾਣੀ ਜ਼ਿੰਦਗੀ ਦੇ ਵਿੱਚ ਚਲਾ ਗਿਆ। ਮੰਮੀ ਮੈਂ ਜਿੰਮ ਜਾਂਦਾ ਹੁੰਦਾ ਸੀਗਾ, ਅੱਜ ਮੈਨੂੰ ਕੀ ਹੁੰਦਾ ਜਾਂਦਾਗਾ। ਮੰਮੀ ਮੈਨੂੰ ਕਹਿਣ ਲੱਗੀ, ਪੁੱਤ ਕੋਈ ਗੱਲ ਨਹੀਂ, ਤੂੰ ਨਹੀਂ ਸੁਧਰਦਾ ਹੈਗਾ। ਮੀਡੀਆ ਦੇ ਸਾਹਮਣੇ, ਸਾਰਿਆਂ ਦੇ ਸਾਹਮਣੇ ਗਲਤੀ ਮੰਨਦਾ ਕਿ ਮੈਂ ਨਸ਼ੇ ਦੇ ਵਿੱਚ ਮਾਂ 'ਤੇ ਹੱਥ ਵੀ ਚੱਕੇ, ਅੱਜ ਮਾਂ ਦੇ ਪੈਰੀ ਹੱਥ ਵੀ ਲਾਉਣਾ ਮੈਂ ਸਭ ਦੇ ਸਾਹਮਣੇ, ਠੀਕ ਹੈ। ਅਤੇ ਮੈਂ ਮਾਂ ਤੋਂ ਵੀ ਮਾਫੀ ਮੰਗਦਾ ਵੀ ਮਾਵਾਂ ਹਰੇਕ ਨੂੰ ਦੇਵੇ, ਦਿੰਦਾ ਵੀ ਆ ਰੱਬ, ਹੈ ਨਾ। ਇੱਕ ਤਾਂ ਆਪਾਂ ਕਹਿੰਦੇ ਹਾਂ ਵੀ ਕਿਸੇ ਦੀ ਰੱਬ ਮਾਂ ਨਾ ਖੋਵੇ, ਦੂਸਰਾ ਜੇ ਕਿਸੇ ਦੀ ਮਾਂ ਹੈਗੀ ਆ ਬਾਈ ਆ ਉਹਨੂੰ ਬੋਲੋ ਨਾ। ਮਾਂ ਕਦੇ ਆਪਦੇ ਪੁੱਤ ਦਾ ਮਾੜਾ ਨਹੀਂ ਸੋਚਦੀ ਹੁੰਦੀ। ਸਤਿ ਸ਼੍ਰੀ ਅਕਾਲ, ਤੁਸੀਂ RMB ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਹਾਂ ਜਸ ਕਰੇਵਾਲ। ਅੱਜ ਇੱਕ ਬੜੀ ਖੂਬਸੂਰਤ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤਸਵੀਰ ਇੱਦਾਂ ਦੀ ਆ, ਜਦੋਂ ਤੁਸੀਂ ਇਹ ਤਸਵੀਰ ਦੇਖੋਗੇ ਤਾਂ ਤੁਹਾਡਾ ਮਨ ਇੱਕ ਵਾਰੀ ਭਾਵੁਕ ਵੀ ਹੋਊਗਾ, ਪਰ ਖੁਸ਼ੀ ਦੀ ਲਹਿਰ ਵੀ ਚਿਹਰੇ 'ਤੇ ਜਿਹੜੀ ਆ ਤੁਹਾਡੇ ਆਊਗੀ। ਅੱਜ ਤਸਵੀਰ ਜਿਹੜੀ ਸਾਂਝੀ ਕਰਾਂਗੇ ਉਹ ਇਹ ਦਰਸਾਉਂਦੀ ਹੈ ਕਿ ਤੁਹਾਡਾ ਲਿਆ ਗਿਆ ਇੱਕ ਚੰਗਾ ਕਦਮ ਕਿੰਨੇ ਘਰਾਂ ਦੇ ਲਈ ਚੰਗਾ ਸਿੱਧ ਹੋ ਸਕਦਾ, ਕਿੰਨੇ ਘਰਾਂ ਦੇ ਚਿਰਾਗਾਂ ਨੂੰ ਵਾਪਸ ਲਿਆ ਸਕਦਾ ਆ। ਇਹ ਗੱਲ ਜਿਹੜੀ ਆ ਅੱਜ ਦੀ ਤਸਵੀਰ ਦਰਸਾਉਂਦੀ ਆ। ਕੁਝ ਹਫ਼ਤੇ ਪਹਿਲਾਂ ਇੱਕ ਮੁਲਾਕਾਤ ਸਾਡੇ ਅਦਾਰੇ 'ਤੇ ਆਉਂਦੀ ਆ ਸੁਖਵੀਰ ਦੀ, ਜਿਹਨੇ ਆਪਣੀ ਨਸ਼ੇ ਦੀ ਦਲਦਲ ਦੀ ਜ਼ਿੰਦਗੀ ਨੂੰ ਬਿਆਨ ਕੀਤਾ। ਉਸ ਕਿਤਾਬ ਦੇ ਹਰ ਪੰਨੇ ਨੂੰ ਫਰੋਲ ਕੇ ਤੁਹਾਡੇ ਅੱਗੇ ਰੱਖ ਦਿੱਤਾ। ਉਸ ਤੋਂ ਬਾਅਦ ਬੜੇ ਨੌਜਵਾਨਾਂ ਦੇ ਸੰਪਰਕ RMB ਟੈਲੀਵਿਜ਼ਨ ਨਾਲ ਵੀ ਹੁੰਦੇ ਆ, ਬੜੇ ਨੌਜਵਾਨਾਂ ਦੇ ਸੰਪਰਕ ਸੁਖਵੀਰ ਨਾਲ ਵੀ ਹੁੰਦੇ ਆ, ਜਿਹੜੇ ਕਹਿੰਦੇ ਆ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ, ਪਰ ਉਹਨਾਂ 'ਚੋਂ ਬੜੇ ਥੋੜ੍ਹੇ ਅੱਗੇ ਆਉਂਦੇ ਆ ਜਿਹੜੇ ਉਸ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋਏ ਆ। ਇੱਦਾਂ ਦਾ ਹੀ ਇੱਕ ਨੌਜਵਾਨ ਅੱਜ ਸਾਡੇ ਨਾਲ ਆ। ਕਿਸੇ ਵੇਲੇ ਇਹ ਨੌਜਵਾਨ ਜਿਹੜਾ ਆ ਦਾਰੂ ਦੀ ਬੋਤਲ ਦੇ ਲਈ ਕੁਝ ਵੀ ਕਰ ਦਿੰਦਾ ਸੀ, ਆਪਣੀ ਦਿਹਾੜੀ ਕਰਦਾ ਸੀ, ਤਾਂ ਜੇਕਰ ਇਹਨੂੰ ਦਿਹਾੜੀ 'ਤੇ ਲਿਜਾਣਾ ਤੁਸੀਂ ਇੱਕ ਦਾਰੂ ਦੀ ਬੋਤਲ ਦਿਓ ਅਤੇ ਇਹ ਤੁਹਾਡੇ ਨਾਲ ਦਿਹਾੜੀ ਚੱਲ ਜਾਏਗਾ। ਪਰ ਇਸ ਦਲਦਲ ਦੇ ਵਿੱਚ ਹੁਣ ਇਹ ਮੁੰਡਾ ਬਾਹਰ ਆ ਚੁੱਕਿਆ ਆ। ਅੱਜ ਇਹ ਕੀ ਆਖਦਾ ਆ, ਨਾਲ ਇਹਨਾਂ ਦੇ ਮਾਤਾ ਜੀ ਹੋਣਗੇ ਜਿਨ੍ਹਾਂ ਨੇ ਦਰਦ ਬਾਈ ਦੇ ਨਾਲ ਭੋਗਿਆ ਆ, ਉਹਨਾਂ ਦੇ ਨਾਲ ਵੀ ਜਿਹੜੀ ਆ ਗੱਲਬਾਤ ਰਹੇਗੀ, ਨਾਲ ਸੁਖਵੀਰ ਵੀ ਰਿਹਾ। ਇਸ ਦਲਦਲ ਦੇ ਵਿੱਚ ਪਏ ਨੇ ਬਾਈ ਨੇ ਕੀ ਕੁਛ ਗਵਾਇਆ ਆ। ਬਾਈ ਦਾ ਵਿਆਹ ਹੋਇਆ ਸੀ, ਵਿਆਹ ਤੱਕ ਟੁੱਟ ਗਿਆ। ਬਾਈ ਨੇ ਆਪਣਾ ਘਰ ਸੀ ਜਿਹੜਾ ਉਹ ਵੀ ਵੇਚ ਦਿੱਤਾ। ਚਾਹੇ ਬੜਾ ਛੋਟਾ ਨਸ਼ਾ ਕਰਦਾ ਸੀ, ਪਰ ਕਿਸ ਹੱਦ ਤੱਕ ਕਰਦਾ ਸੀ ਇਸ ਚੀਜ਼ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਸਭ ਤੋਂ ਪਹਿਲਾਂ ਜੈਬੀ ਬਾਈ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਮਾਤਾ ਜੀ ਦੇ ਨਾਲ ਗੱਲਬਾਤ ਹੋਵੇਗੀ, ਗੱਲਬਾਤ ਸੁਖਵੀਰ ਵੀਰ ਦੇ ਨਾਲ ਵੀ ਹੋਵੇਗੀ, ਕਿਉਂਕਿ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਜਿਹੇ ਨੌਜਵਾਨ ਨੂੰ ਸਲਾਮ ਬਣਦਾ। ਪਹਿਲਾ ਸਲਾਮ ਉਹ ਸੀ ਜਦੋਂ ਇਹਨੇ ਆਪਣੇ ਆਪ ਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਕੱਢਿਆ,
ਤੇ ਅੱਜ ਦੂਸਰਾ ਸਲਾਮ ਇਸ ਵੀਰੇ ਨੂੰ ਬਣਦਾ ਹੈ ਕਿ ਜਦੋਂ ਹੋਰ ਨੌਜਵਾਨਾਂ ਨੂੰ ਵੀ ਉਸ ਦਲਦਲ ਦੇ ਵਿੱਚੋਂ ਇਹ ਬਾਹਰ ਕੱਢ ਰਿਹਾ ਆ। ਸਭ ਤੋਂ ਪਹਿਲਾਂ ਸੁਖਵੀਰ ਵੀਰ ਵੱਲ ਜਾਂਦੇ ਹਾਂ। ਸੁਖਵੀਰ ਵੀਰ ਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਇਸ ਨੌਜਵਾਨ ਦਾ ਸੰਪਰਕ ਜਿਹੜਾ ਹੁੰਦਾ ਆ, ਉਸ ਤੋਂ ਬਾਅਦ ਕਿਵੇਂ ਉਸ ਦਲਦਲ ਦੇ ਵਿੱਚੋਂ ਇਹ ਬਾਹਰ ਨਿਕਲਦਾ। ਸੁਖਵੀਰ ਬਾਈ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਬਾਈ। RMB TV ਦਾ ਬਹੁਤ ਬਹੁਤ ਧੰਨਵਾਦ, ਦਿਲੋਂ ਧੰਨਵਾਦ ਜਿਨ੍ਹਾਂ ਨੇ ਇੰਨਾ ਤੁਸੀਂ ਆ ਕੇ ਮੇਰਾ ਹੌਸਲਾ ਵਧਾਉਂਦੇ ਹੋ। ਉਹ ਹੌਸਲਾ ਵਧਾਉਣ ਦੇ ਨਾਲ ਨਾਲ ਮੈਨੂੰ ਐਡਾ ਹੌਸਲਾ ਮਿਲਦਾ ਹੈ ਵੀ ਮੈਂ ਇਹੋ ਜਿਹੇ ਮੁੰਡੇ ਮੇਰੇ ਭਰਾ ਜਿਨ੍ਹਾਂ ਨੂੰ ਹੌਸਲੇ ਦੀ ਲੋੜ ਹੈ ਮੇਰੇ ਨਾਲ ਖੜਦੇ ਆ ਕੇ ਵੀ ਬਾਈ ਅਸੀਂ ਸ਼ਰਾਬ ਛੱਡਣੀ ਆ, ਅਸੀਂ ਨਸ਼ਾ ਛੱਡਣਾ। ਮੈਨੂੰ ਚੰਗਾ ਲੱਗਦਾ ਵੀ ਜਦੋਂ ਇਹ ਕਹਿੰਦੇ ਆ, ਮੈਂ ਉਹਨਾਂ ਦੇ ਘਰੇ ਖੁਦ ਜਾਂਦਾ ਇਹ ਗੱਲਾਂ ਵੀ ਬਾਈ ਤੁਸੀਂ ਛੱਡੋ। ਮੈਂ ਸਮਝਾਉਣਾ ਜੀ ਉਹਨਾਂ ਨੂੰ, ਸਿਰਫ ਬਾਈ ਇਹ ਨਾ ਦਵਾਈ ਦੀ ਕੋਈ ਲੋੜ ਨਹੀਂ ਹੁੰਦੀ। ਆਪਾਂ ਕਹਿ ਦੀ ਵੀ ਇਕੱਲੇ ਸਾਥ ਦੀ ਲੋੜ ਆ, ਤੇ ਦਵਾਈ ਦੀ ਇਹਦੇ ਵਿੱਚ ਭੂਮਿਕਾ ਥੋੜ੍ਹੀ ਘਣੀ ਹੁੰਦੀ ਆ। ਠੀਕ ਹੈ ਨਾ, ਵੀ ਅਗਲਾ ਕਹਿੰਦਾ ਘਬਰਾਹਟ ਤੋਂ ਹੋਰ ਆ ਵੀ ਸਿਰਫ ਮੋਢੇ ਤੇ ਹੱਥ ਰੱਖੋ, ਹੌਸਲਾ ਦਿਓ ਵੀ ਬਾਈ ਮੈਂ ਤੇਰੇ ਨਾਲ ਖੜਾ ਵੀ ਮੈਂ ਵੀ ਦੇਖ ਐਡੀ ਦਲਦਲ ਦੇ ਵਿੱਚੋਂ ਨਿਕਲਿਆ, ਤੂੰ ਇੱਕ ਵਾਰੀ ਕੋਸ਼ਿਸ਼ ਤਾਂ ਕਰਨਾ। ਉਹ ਕੋਸ਼ਿਸ਼ ਹੀ ਬੰਦੇ ਦੀ ਕਾਮਯਾਬੀ ਬਣਦੀ ਹੈ ਜੀ। ਮੈਂ ਇੱਥੇ ਦੱਸ ਦਿਆਂ ਕਿ ਲਗਭਗ 10 ਸਾਲ, ਬਾਈ ਦੀ ਉਮਰ ਅੱਜ 26-27 ਸਾਲ ਆ। 16 ਸਾਲ ਦੀ ਨਿੱਕੀ ਜਿਹੀ ਉਮਰ ਤੋਂ ਉਸ ਦਲਦਲ ਦੇ ਵਿੱਚ ਪੈ ਗਿਆ। ਉਸ ਤੋਂ ਬਾਅਦ ਕਦਮ ਵੱਧਦੇ ਗਏ ਕੰਗਾਲੀ ਦੀ ਕਗਾਰ ਤੇ ਲਿਆ ਕੇ ਜਿਹੜਾ ਉਸ ਦਲਦਲ ਨੇ ਖੜਾ ਕਰਤਾ। ਉੱਥੇ ਪੈਰ ਕਿਵੇਂ ਪੈਂਦੇ ਆ, ਪਹੁੰਚ ਕਿਵੇਂ ਹੁੰਦੀ, ਉਸ ਤੋਂ ਬਾਅਦ ਬਾਹਰ ਕਿਵੇਂ ਨਿਕਲਦਾ, ਇਸ ਬਾਬਤ ਗੱਲਬਾਤ ਕਰਾਂਗੇ। ਜੈਬੀ ਬਾਈ, ਸਭ ਤੋਂ ਪਹਿਲਾਂ ਤੁਸੀਂ ਸਲਾਮ ਦੇ ਹੱਕਦਾਰ ਹੋ, ਸਲੂਟ ਦੇ ਹੱਕਦਾਰ ਹੋ। ਜਿੱਦਾਂ ਮੈਂ ਇਸ ਦਲਦਲ ਚੋਂ ਨਿਕਲੇ ਹਰੇਕ ਨੌਜਵਾਨ ਨੂੰ ਕਹਿਣਾ ਤੁਸੀਂ ਵੀ ਹੱਕਦਾਰ ਹੋ। ਪਹਿਲਾਂ ਦੱਸਿਓ ਕਿਹੜੀ ਉਮਰ ਦੇ ਵਿੱਚ ਜਿਹੜਾ ਹੈ ਤੁਸੀਂ ਇਸ ਦਲਦਲ ਦੇ ਵਿੱਚ ਪਏ? ਬਾਈ ਜੀ ਮੈਂ 10ਵੀਂ ਕਲਾਸ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ। ਬਸ ਪੜ੍ਹਦੇ ਬਾਈ ਕੀ ਹੋਇਆ ਕਿ ਯਾਰ ਦੋਸਤ ਕਹਿਣ ਲੱਗੇ ਇੱਕ ਦਿਨ ਕਿ ਆਪਾਂ ਪਾਰਟੀ ਕਰੀਏ। ਮਾਨਸਾ ਮੰਡੀ ਦੀ ਗੱਲ ਹੈ ਇਹ। ਅਸੀਂ ਉੱਥੇ ਪਾਰਟੀ ਕਰਨ ਲੱਗੇ। ਪਾਰਟੀ ਕਰਦੇ ਇੱਕ ਅਸੀਂ ਬੀਅਰ ਦੀ ਬੋਤਲ ਲੈਤੀ। ਉਹ ਬੀਅਰ ਥੋੜ੍ਹੀ ਚੰਗੀ ਲੱਗੀ। ਉਸ ਉਮਰ ਦੇ ਵਿੱਚ ਬੀਅਰ ਨੇ ਵੀ ਥੋੜ੍ਹਾ ਨਸ਼ਾ ਕੀਤਾ। ਉਹ ਤੋਂ ਬਾਅਦ ਕੀ ਹੋਇਆ, ਉਹ ਹੋਰ ਚੰਗੀ ਲੱਗੀ। ਅਸੀਂ ਕਹਿੰਦੇ ਵੀ ਆਪਾਂ ਥੋੜ੍ਹੀ ਇਹਦੇ ਵਿੱਚ ਡਰਿੰਕ ਮਿਲਾਇਆ ਕਰਗੇ। ਉਹ ਮਿਲਾ ਕੇ ਪੀਣ ਲੱਗ ਗਏ। ਉਸ ਤੋਂ ਬਾਅਦ ਬਸ ਬਾਈ ਪੀਂਦੇ ਗਏ ਹੈ ਨਾ, ਠੀਕ ਹੈ। ਤੇ ਘਰਦਿਆਂ ਨੂੰ ਇਹ ਸੀਗਾ ਕਿ ਸਾਡਾ ਘਰ ਦਾ ਵੀ ਮੁੰਡਾ ਵਧੀਆ ਪੜ੍ਹੂ ਲਿਖੂਗਾ। ਬਾਈ ਜੀ ਮੈਂ ਪੇਪਰ ਨਹੀਂ ਦਿੱਤੇ 10ਵੀਂ ਦੇ। ਮੈਂ ਫਿਲਮਾਂ ਦੇਖਣ ਵਗ ਜਾਣਾ, ਬਸ ਬਾਹਰ ਅੰਦਰ ਮੁੰਡਿਆਂ ਨਾਲ ਰਲ ਕੇ ਨਸ਼ੇ ਕਰਨੇ ਬਾਈ ਜੀ। ਤੇ ਬਸ ਉਹ ਦਲ ਤੋਂ ਮੈਂ ਵੱਧਦਾ ਅੱਜ 3 ਬੋਤਲਾਂ ਤੇ ਪਹੁੰਚ ਕੇ ਚੁੱਕਿਆ ਸੀ। ਸ਼ਰਾਬ ਤੋਂ ਬਿਨਾਂ, ਜਦੋਂ ਤੁਸੀਂ ਕਿਹਾ ਕਿ ਨਸ਼ੇ ਕੀਤੇ, ਸ਼ਰਾਬ ਤੋਂ ਬਿਨਾਂ ਹੋਰ ਕਿਸੇ ਨਸ਼ੇ ਵੱਲ ਵੀ ਵਧੇ? ਹੋਰ ਬਾਈ ਮੈਂ ਛੋਟਾ ਮੋਟਾ ਨਸ਼ਾ ਕਰ ਲੈਂਦਾ ਸੀਗਾ। ਕੋਈ ਸਿਗਰਟ ਬੱਤੀ ਪੀ ਲੈਣੀ, ਕਦੇ ਨਾ ਕਦੇ ਮੈਂ ਗੋਲੀ ਗੱਟਾ ਵੀ ਖਾ ਲੈਂਦਾ ਸੀਗਾ। ਅੱਛਾ, ਜਿੱਦਾਂ ਤੁਸੀਂ ਦੱਸਿਆ ਕਿ 10 ਸਾਲ ਲਗਾਤਾਰ ਕੀਤਾ, ਹੌਲੀ ਹੌਲੀ ਵੱਧਦੇ ਗਏ। ਫਿਰ ਕਦੇ ਦਿਮਾਗ ਦੇ ਵਿੱਚ ਨਹੀਂ, ਕਿਉਂਕਿ ਮਾਲੀ ਹਾਲਤ ਜਿਹੜੀ ਘਰ ਦੇ ਇੰਨੇ ਠੀਕ ਨਹੀਂ ਸੀ, ਇੰਨੇ ਚੰਗੇ ਨਹੀਂ ਸੀ ਕਿ ਘਰ ਦੇ ਤੁਹਾਨੂੰ ਖਵਾ ਸਕਦੇ, ਘਰ ਦੇ ਤੁਹਾਨੂੰ ਬੋਤਲਾਂ ਲੈ ਕੇ ਦੇ ਸਕਦੇ। ਉਹ ਬੋਤਲ ਆਉਂਦੀ ਕਿਵੇਂ ਸੀ? ਬਸ ਬਾਈ ਜੀ ਮੈਂ ਵਗ ਜਾਂਦਾ ਸੀਗਾ ਜੀ ਆਪਣੇ ਆਪ ਕੰਮ ਸਿੱਖਣ ਲੱਗ ਗਿਆ ਬਾਈ ਜੀ। ਪਹਿਲਾਂ ਮੈਂ ਤੇ ਕੰਮ ਸਿੱਖਦੇ ਬਾਈ ਮੈਨੂੰ 2000 ਰੁਪਏ ਦਿੰਦੇ ਸੀਗੇ। ਉਹ 2000 ਦੇ ਵਿੱਚ ਉਦੋਂ ਸ਼ਰਾਬ ਸਸਤੀ ਹੁੰਦੀ ਸੀ ਬਾਈ ਜੀ। ਮੈਂ ਲੈ ਨਹੀਂ ਕਦੇ। ਮੈਂ ਘਰ ਦੀ ਬੋਤਲ ਸੀਗੇ, ਕੋਈ ਯਾਰ ਦੋਸਤ ਕੰਮ ਤੇ ਲਿਆਉਂਦੇ ਸੀ ਬਈ। ਅਕਸਰ ਪਿੰਡਾਂ ਦੇ ਵਿੱਚ ਘਰ ਦੀ ਸ਼ਰਾਬ ਵੀ ਮਿਲ ਜਾਂਦੀ ਸੀਗੀ। ਬਸ ਮੈਂ ਉਹ ਦਾ ਸ਼ਰਾਬ ਤੋਂ ਪੀਂਦਾ ਮੈਂ ਆਪਦੇ ਪੀਣ ਦਾ ਹੱਲ ਕਰਦਾ ਸੀਗਾ ਬਾਈ ਜੀ। ਉਹਨਾਂ ਕੁ ਮੈਨੂੰ ਐਂ ਹੁੰਦਾ ਕੰਮ ਕਰ ਲਿਆ। ਜੇ ਮੈਂ ਕਿਸੇ ਦੇ 1 ਦਿਹਾੜੀ ਲਾਤੀ, 2 ਦਿਹਾੜੀਆਂ ਲਾਤੀਆਂ, ਉਦੋਂ ਮੈਂ ਥੋੜ੍ਹੇ ਘਣੇ ਪੈਸੇ ਲੈ ਲੈਂਦੇ। ਕੰਮ ਦੀ ਵਜ੍ਹਾ ਕਰਕੇ ਲਾਲਚ ਹਰ ਇੱਕ ਨੂੰ ਹੁੰਦਾ ਸੀਗਾ ਕਿ ਇਹਨੂੰ ਥੋੜ੍ਹੇ ਜਿਹੇ ਪੈਸੇ ਦੇ ਦੇਈਏ, ਕੱਲ੍ਹ ਨੂੰ ਵੀ ਕੰਮ ਤੇ ਆਊਗਾ। ਉਹ ਬਸ ਦੂਸਰੇ ਦਿਨ ਬਾਈ ਜੀ ਮੈਨੂੰ ਹੋਰ ਸ਼ਰਾਬ ਪਿਆ ਆਉਂਦੇ। ਮੈਂ ਇਹੀ ਦਲਦਲ ਦੇ ਵਿੱਚ ਬਸ ਕੰਮ ਤੇ ਜਾਂਦਾ ਰਿਹਾ, ਪਰ ਮੇਰੇ ਕੋਲੇ ਪੈਸਾ ਮੈਨੂੰ ਕੋਈ ਨਹੀਂ ਦਿੰਦਾ ਸੀਗਾ। ਬਸ ਕੀ ਕਹਿਣਾ, ਮੈਨੂੰ ਕਹਿੰਦੇ 200 ਦਿੱਤਾ ਬਾਈ ਜੀ, 300 ਦਿੱਤਾ। ਘਰ ਦੇ ਹਾਲਾਤ ਬਾਈ ਜੀ ਬਹੁਤ ਮਾੜੇ ਸੀਗੇ। ਲੇਕਿਨ ਪਰ ਮੈਨੂੰ ਨਸ਼ੇ ਦੇ ਵਿੱਚ ਕੁਝ ਵੀ ਨਹੀਂ ਪਤਾ ਲੱਗਦਾ ਸੀਗਾ ਕਿ ਮੈਂ ਕਿੱਧਰ ਨੂੰ ਜਾ ਰਿਹਾ। ਫਿਰ ਇਹ ਕਦੋਂ ਸੋਚਿਆ? 10 ਸਾਲ ਤੁਸੀਂ ਜਿਹੜਾ ਆ ਦਲਦਲ ਦੇ ਵਿੱਚ ਫਸੇ ਰਹੇ ਹੈ ਨਾ? ਹਾਂਜੀ ਬਾਈ, ਖੁੱਬ ਕੇ ਦਾਰੂ ਪੀਤੀ ਆ, ਜਿਵੇਂ ਤੁਸੀਂ ਕਿਹਾ ਇੱਕ ਦਿਨ ਦੇ ਵਿੱਚ 3 ਬੋਤਲਾਂ ਤੱਕ ਪੀਤੀਆਂ। ਹਾਂਜੀ। ਤਾਂ ਜਦੋਂ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਹੋਵੋਗੇ, ਉੱਥੋਂ ਵੀ ਮੁੱਖ ਮੋੜ ਲੈਂਦੇ ਹੋਣਗੇ, ਰਿਸ਼ਤੇਦਾਰ ਵੀ ਆਖਦੇ ਹੋਣਗੇ, ਮਾਂ ਨੂੰ ਕਹਿੰਦੇ ਹੋਣਗੇ ਤੇਰਾ ਪੁੱਤ ਤਾਂ ਸ਼ਰਾਬੀ ਕਬਾਬੀ ਆ। ਹਾਂ ਜੀ, ਰਿਸ਼ਤੇਦਾਰ ਬਹੁਤ ਕਹਿੰਦੇ ਸੀਗੇ ਜੀ। ਮੇਰੀ ਮਾਸੀ ਦੇ ਲੜਕੇ ਦਾ ਵਿਆਹ ਸੀਗਾ ਜੀ, ਤੇ ਮੈਨੂੰ ਸੱਦਿਆ ਉੱਥੇ। ਜਦੋਂ ਮੈਂ ਗਿਆ, ਸਾਰਿਆਂ ਨੇ ਕਹਿਤਾ ਜੀ, ਕਹਿੰਦੇ ਵੀ ਇਹਨੂੰ ਬਰਾਤ ਨਹੀਂ ਲੈ ਕੇ ਜਾਣਾ, ਇਹਦੀ ਪੀਣੀ ਬਹੁਤ ਮਾੜੀ ਹੈਗੀ। ਬਾਈ ਮੈਨੂੰ ਗੁੱਸਾ ਲੱਗਿਆ। ਮੈਂ ਪੀ ਕੇ ਉੱਥੇ ਮਾੜਾ ਚੰਗਾ ਵੀ ਬੋਲਿਆ ਉੱਥੇ ਮਾਸੀ ਜੀ ਨੂੰ, ਸਾਰਿਆਂ ਨੂੰ ਬੋਲਿਆ ਮੈਂ ਕਿ ਤੁਸੀਂ ਮੈਨੂੰ ਕਿਉਂ ਨਹੀਂ ਲੈ ਕੇ ਜਾਂਦੇ ਹੈਗੇ, ਕਿਉਂਕਿ ਮੈਨੂੰ ਬਾਈ ਜੀ ਸ਼ਰਾਬ ਤੱਕ ਲਾਲਚ ਸੀਗਾ। ਫਿਰ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਪਿੱਛੇ ਸਾਡੇ ਮੈਰਿਜ ਸੀਗੀ ਵੀ ਬਹੁਤ ਚੰਗੀ ਵਧੀਆ ਮੈਰਿਜ ਕੀਤੀ ਸੀਗੀ, ਰਾਮਾ ਮੰਡੀ ਪੈਲਸ ਦੇ ਵਿੱਚ ਸੀਗੀ। ਤੇ ਉੱਥੇ ਬਾਈ ਜੀ ਮੈਨੂੰ ਸ਼ਰਾਬ ਤੋਂ ਮਨਾ ਕੀਤਾ। ਉੱਥੇ ਮੈਂ ਲੜਾਈ ਝਗੜਾ ਕੀਤਾ ਕਿ ਮੈਨੂੰ ਸ਼ਰਾਬ ਨਹੀਂ ਦਿੱਤੀ। ਬਸ ਮੈਨੂੰ ਸ਼ਰਾਬ ਦੇ ਲਾਲਚ ਸੀ ਬਾਈ ਜੀ। ਹਰ ਥਾਂ ਤੋਂ ਰੁੱਸ ਕੇ ਇਕੱਲੀ ਸ਼ਰਾਬ ਪੀਸੀ ਭੱਜਣਾ ਹੁੰਦਾ ਸੀ ਮੈਂ। ਤੇ
ਜਦੋਂ ਕੋਈ ਦਿਹਾੜੀ ਲੈ ਕੇ ਜਾਂਦਾ ਸੀ ਹਾਂਜੀ। ਉਦੋਂ ਕਦੇ ਪੈਸੇ ਪੂਸੇ ਲਏ ਕਿ ਉਦੋਂ ਵੀ ਬਸ ਇਕੱਲੀ ਸ਼ਰਾਬ ਦੀ ਬੋਤਲ ਲੈ ਲੈਂਦੇ ਸੀ, ਸਵੇਰੇ 2 ਪੈਗ ਲਵਾਤੇ ਹੱਥ ਨੇ, 2 ਪੈਗ ਲਵਾਤੇ ਉਦੋਂ ਬਾਅਦ ਘਰੇ ਆ ਗਏ? ਨਹੀਂ ਬਾਈ ਜੀ, ਮੈਂ ਜਿਹਦੇ ਕੰਮ ਤੇ ਜਾਂਦਾ ਸੀ ਕਹਿ ਦਿੰਦਾ ਸੀਗਾ ਪਹਿਲਾਂ ਮੈਨੂੰ ਪਊਆ ਪਿਆਓ, ਮੈਂ ਫੇਰ ਕੰਮ ਤੇ ਲੱਗੂਗਾ। ਉਹ ਲਿਆ ਕੇ ਦਿੰਦੇ ਪਊਏ ਤੋਂ ਬਾਅਦ ਆਪੇ ਕੰਮ ਚੱਲ ਪੈਂਦਾ ਸੀਗਾ ਬਾਈ ਜੀ। ਪਿਆਉਂਦੇ ਜਾਂਦੇ ਬਸ ਮੈਂ ਕੰਮ ਕਰਦਾ ਰਹਿੰਦਾ। ਜੇ ਕਈ ਵਾਰੀ ਮੰਮੀ ਕਹਿ ਦਿੰਦੇ ਵੀ ਘਰੇ ਪੁੱਤ ਕੁਛ ਹੈ ਨਹੀਂਗਾ, ਬਸ ਮੈਨੂੰ ਬਾਈ ਜੀ 100 ਦੇਤਾ 200 ਦੇਤਾ, ਫਿਰ ਮੈਂ ਮੰਮੀ ਨੂੰ ਲਿਆ ਕੇ ਦੇ ਦੇਣਾ। ਬਸ ਬਾਈ ਜੀ ਜਦੋਂ ਮੇਰੇ ਕੋਲੇ ਆਪਦੇ ਕੋਲੇ ਸ਼ਰਾਬ ਮੁੱਕ ਜਾਣੀ ਫਿਰ ਲੜਾਈ ਝਗੜਾ ਕਰਕੇ ਮੰਮੀ ਤੋਂ ਹੀ ਫੇਰ ਪੈਸੇ ਕੋਲ ਲੈਣੇ ਮੈਂ। ਜਦੋਂ ਸੋਫੀ ਹੁੰਦੇ ਸੀ ਉਦੋਂ ਨਹੀਂ ਕਦੇ ਮਾਂ ਨੇ ਕਿਹਾ? ਉਦੋਂ ਕਦੇ ਕਦੇ ਸੋਚ ਤਾਂ ਕਦੇ ਆਈ ਹੋਣੀ ਹੈ ਜਦੋਂ ਮਾਂ ਆਖਦੀ ਹੋਣੀ ਹੈ, ਜਦੋਂ ਮਾਂ ਰੋ ਕੇ ਆਖਦੀ ਹੋਣੀ ਹੈ ਕਿ ਪੁੱਤ ਘਰੇ ਕੋਈ ਪੈਸਾ ਹੈ ਨਹੀਂ, ਜੋ ਤੁਸੀਂ ਮਾਲੀ ਹਾਲਤ ਦੇਖਦੇ ਹੋਗੇ ਉਹਦੇ ਕਦੇ ਸੋਚ ਤਾਂ ਦਿਮਾਗ ਦੇ ਵਿੱਚ ਆਈ ਹੋਣੀ ਹੈ ਕਿ ਯਾਰ ਆਪਾਂ ਗਲਤ ਰਾਹੀਂ ਹਾਂ? ਹਾਂ ਬਾਈ ਜੀ, ਬਹੁਤ ਆਉਂਦੀ ਸੀਗੀ, ਰੋਣ ਲੱਗ ਜਾਂਦਾ ਸੀਗਾ, ਮੰਮੀ ਮੈਂ ਅੱਜ ਤੋਂ ਬਾਅਦ ਨਹੀਂ ਕਰਨਾ, ਮੰਮੀ ਅੱਜ ਤੋਂ ਬਾਅਦ ਮੈਂ ਤੁਹਾਡੀ ਸੇਵਾ ਕਰੂੰਗਾ, ਮੰਮੀ ਮੈਂ ਗੁਰਦੁਆਰਾ ਸਾਹਿਬ ਜਾਇਆ ਕਰੂੰਗਾ। ਬਾਈ ਜਾਂਦਾ ਫਿਰ ਮੈਂ ਬਸ ਘੰਟਾ ਕ ਜਾਣਾ ਆਪਦਾ ਹਨਾ, ਮੰਮੀ ਨੂੰ ਤਲਾਸੇ ਦੇਣੇ। ਫਿਰ ਕਿਸੇ ਨਾ ਕਿਸੇ ਢੰਗ ਕਰਕੇ ਮੈਂ ਸ਼ਰਾਬ ਘਰੇ ਮੁੱਕਣ ਨਹੀਂ ਦਿੰਦਾ ਸੀ ਬਾਈ ਜੀ, ਮੈਂ ਲੁਕੋ ਕੇ ਰੱਖਣੀ ਹੁੰਦੀ ਸੀ। ਜੇ ਮੈਂ ਬੋਤਲ ਲੈ ਕੇ ਆਉਂਦਾ ਤਾਂ ਉਹਦੇ ਮੈਂ ਪਊਏ ਦੇ ਵਿੱਚ ਆਪਣਾ 4 ਪਊਏ ਬਣਾ ਲੈਂਦਾ ਸੀ ਬਾਈ ਜੀ। ਮੈਂ ਉੱਥੇ ਲੁਕੋਤੀ ਕਿ ਮੰਮੀ ਥੋੜੇ ਨਜ਼ਰਾਂ ਤੋਂ ਪਰੇ ਹੁਣ ਮੈਂ ਪੀਵਾਂ। ਫਿਰ ਮੰਮੀ ਨੂੰ ਆਨੇ ਬਹਾਨੇ ਨਾਲ, ਮੰਮੀ ਮੇਰਾ ਕੁਛ ਦੁਖਦਾ, ਮੈਨੂੰ ਦਵਾਈ ਲਿਆ ਕੇ ਦੇ, ਮੰਮੀ ਮੈਨੂੰ ਆ ਲਿਆ ਕੇ ਦੇ ਮੈਨੂੰ ਦੁਕਾਨ ਤੋਂ। ਜਦੋਂ ਮੰਮੀ ਨੇ ਪਰੇ ਹਟ ਜਾਣਾ ਬਾਈ ਜੀ, ਮੈਂ ਫਿਰ ਉਹ ਸ਼ਰਾਬ ਪੀ ਲੈਣੀ। ਪਿੰਡ ਦੇ ਵਿੱਚ ਤੇ ਆਂਢ ਗੁਆਂਢ ਦੇ ਵਿੱਚ ਕੀ ਤਸਵੀਰ ਸੀ ਜੈਬੀ ਦੀ? ਜੈਬੀ ਨੂੰ ਕੀ ਕਹਿੰਦੇ ਹੁੰਦੇ ਸੀ ਪਿੰਡ ਤੇ ਆਂਢ ਗੁਆਂਢ ਵਾਲੇ? ਬਾਈ ਜੀ ਪਿੰਡ ਵਾਲੇ ਵੈਸੇ ਤਾਂ ਚੰਗਾ ਸਮਝਦੇ ਸੀ, ਕਹਿੰਦੇ ਹੁੰਦੇ ਸੀਗੇ ਕਿ ਤੂੰ ਸੂਫੀ ਬਹੁਤ ਚੰਗਾ ਗਾ, ਪਰ ਤੇਰੀ ਪੀਣੀ ਬਹੁਤ ਮਾੜੀ ਹੈਗੀ। ਇਹੀ ਗੱਲਾਂ ਮੈਨੂੰ ਆਂਢ ਗੁਆਂਢ ਦੇ ਵਿੱਚ ਸਮਝਾਉਂਦੇ ਹੁੰਦੇ ਸੀਗੇ ਵੀ ਜ਼ਿੰਦਗੀ ਤੈਨੂੰ ਰੱਬ ਨੇ ਵਾਰ-ਵਾਰ ਨਹੀਂ ਦੇਣੀ, ਇੱਥੇ ਇੱਕ ਵਾਰੀ ਆਉਣਾ। ਬਾਈ ਜੀ ਮੇਰੇ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਸੀਗਾ, ਮੈਂ ਉਹੀ ਹਾਲਤ ਦੇ ਵਿੱਚ ਰਹਿਣਾ। ਪਿੰਡ ਵਾਲੇ ਮੈਨੂੰ ਫੇਰ ਵੀ ਸਾਥ ਦਿੰਦੇ ਬਾਈ, ਕੰਮ ਤੇ ਲੈ ਕੇ ਜਾਂਦੇ ਜਾਂ ਫੇਰ ਵੀ ਸਮਝਾਉਂਦੇ ਵੀ ਬਹੁਤ ਰਹਿੰਦੇ ਸੀਗੇ, ਮੈਨੂੰ ਚੰਗੀ ਰਿਸਪੈਕਟ ਦਿੰਦੇ ਸੀ। ਪਰ ਬਾਈ ਜੀ ਜਦੋਂ ਸ਼ਰਾਬ ਪੀ ਲੈਂਦਾ ਸੀ ਮੈਂ ਫੇਰ ਸਭ ਕੁਝ ਭੁੱਲ ਜਾਂਦਾ ਸੀ, ਉਸੇ ਹਾਲਾਤਾਂ 'ਤੇ ਮੈਂ ਫੇਰ ਆਉਂਦਾ ਸੀਗਾ। ਜਦੋਂ ਮਾਂ ਨੇ ਵੀ ਬੜਾ ਆਖਿਆ, ਮਾਂ ਦੇ ਹੰਝੂਆਂ ਦੀ ਵੀ ਤੁਸੀਂ ਕਦਰ ਤੱਕ ਨਹੀਂ ਪਾਈ ਕਿ ਮਾਂ ਨੇ ਬੜਾ ਕਿਹਾ ਕਿ ਪੁੱਤ ਤੂੰ ਛੱਡ ਦੇ ਹਨਾ, ਤਾਂ ਫਿਰ ਉਹ ਦਿਨ ਕਿਹੜਾ ਆ, ਉਹ ਮੋੜ ਕਿਹੜਾ ਆ ਜਦੋਂ ਜ਼ਿੰਦਗੀ ਨੇ ਜਿਹੜਾ ਆ ਪਲਟਿਆ ਹਨਾ, ਸਮਾਂ ਪਲਟਿਆ, ਸਮਾਂ ਬਦਲਿਆ ਕਿ ਯਾਰ ਅੱਜ ਤੋਂ ਬਾਅਦ ਜੈਬੀ ਸਿਆਂ ਇਹ ਚੀਜ਼ ਨੂੰ ਪਰੇ ਕਰਦੇ? ਉਹ ਸਮਾਂ ਕਿਹੜਾ ਸੀ? ਹਾਂ ਬਾਈ ਜੀ 31 ਮਾਰਚ ਨੂੰ ਹਰ ਇੱਕ ਨੂੰ ਐ ਹੁੰਦਾ ਕਿ ਸ਼ਰਾਬ ਸਸਤੀ ਹੋ ਗਈ ਮੈਂ ਲੈ ਕੇ ਆਵਾਂ। ਬਾਈ ਜੀ ਮੈਂ ਉਹ ਦਿਨ ਦੀ ਵੇਟ ਬਹੁਤ ਸਮੇਂ ਤੋਂ ਕਰ ਰਿਹਾ ਸੀ ਕਿ 31 ਮਾਰਚ ਆਵੇ ਮੈਂ ਸ਼ਰਾਬ ਲੈ ਕੇ ਆਵਾਂ। ਬਾਈ ਜੀ ਮੈਂ ਡੱਬਾ ਸ਼ਰਾਬ ਦਾ ਲੈ ਕੇ ਆਇਆ 1800 ਦੀ ਪੇਟੀ, ਉਹਦੇ ਵਿੱਚ ਉਹ 6 ਤਾਂ ਮੈਂ ਬਾਹਰ ਲੁਕੋਈਆਂ ਤੇ 6 ਮੈਂ ਘਰੇ ਲਿਆਇਆ। ਘਰੇ ਮੈਂ ਲਿਆ ਕੇ ਕੀ ਕਰਿਆ ਬਾਈ ਜੀ, ਪਾਣੀ ਵਾਲੀ ਟੈਂਕੀ ਸੀ ਉਹਦੇ ਵਿੱਚ ਸਿੱਟਤੀਆਂ। ਮਾਤਾ ਨੂੰ ਪਤਾ ਸੀਗਾ ਕਿ ਉਹ ਹਰ ਹੱਦ ਤੱਕ ਲੁਕੋ ਸਕਦਾ ਹੈ, ਪਤਾ ਸੀ ਮੈਂ ਆਟੇ ਵਾਲੀ ਢੋਲੀ ਵੀ ਫਰੋਲ ਦਿੰਦਾ ਸੀ ਸ਼ਰਾਬ ਦੇ ਪਿੱਛੇ, ਪਰ ਬਾਈ ਮਾਤਾ ਦੀ ਨਿਗਾਹ ਨਹੀਂ ਪਈ। ਜਦੋਂ ਮਾਤਾ ਨੇ ਪਰੇ ਹੋਣਾ ਮੈਂ ਪੈਗ ਤੇ ਪੈਗ ਲਾਈ ਜਾਂਦਾ ਬਾਈ ਜੀ। ਕੁਦਰਤੋਂ ਮੈਂ ਬਾਈ ਜੀ ਫਿਰ ਮੈਂ ਵੀਡੀਓ ਦੇਖੀ ਜਾਂਦਾ ਸੀਗਾ। ਜਦੋਂ ਮੈਂ ਬਾਈ ਦੀ ਵੀਡੀਓ ਦੇਖੀ, ਹਾਂ ਸੁਖਬੀਰ ਬਾਈ ਜੀ ਦੀ ਵੱਡੇ ਭਰਾ ਦੀ, ਤੇ ਬਾਈ ਜੀ ਜਦੋਂ ਮੈਂ ਸੁਖਬੀਰ ਵੀਰ ਦੀ ਵੀਡੀਓ ਦੇਖੀ, ਮੈਂ ਦੇਖਦੇ ਬਾਈ ਮੇਰੇ ਅੱਖਾਂ ਦੇ ਵਿੱਚ ਬਹੁਤ ਜ਼ਿਆਦਾ ਹੰਝੂ ਆ ਗਏ। ਮੈਂ ਆਖਿਆ, ਮੈਂ ਮੰਮੀ ਨੂੰ ਆਖਿਆ ਮੰਮੀ ਮੈਂ ਬਾਈ ਵਰਗਾ ਬਣਨਾ ਗਾ। ਮੈਂ ਪਹਿਲਾਂ ਜਿੰਮ ਜਾਂਦਾ ਹੁੰਦਾ ਸੀ ਬਾਈ, ਮੈਂ ਪੁਰਾਣੀਆਂ ਗੱਲਾਂ ਦੇ ਵਿੱਚ ਖੋ ਗਿਆ, ਮੈਂ ਪੁਰਾਣੀ ਜ਼ਿੰਦਗੀ ਦੇ ਵਿੱਚ ਚਲਾ ਗਿਆ। ਮੰਮੀ ਮੈਂ ਜਿੰਮ ਜਾਂਦਾ ਹੁੰਦਾ ਸੀਗਾ, ਅੱਜ ਮੈਨੂੰ ਕੀ ਹੁੰਦਾ ਜਾਂਦਾ ਗਾ। ਮੰਮੀ ਮੈਨੂੰ ਕਹਿਣ ਲੱਗੀ ਪੁੱਤ ਕੋਈ ਗੱਲ ਨਹੀਂ, ਤੂੰ ਨਹੀਂ ਸੁਧਰਦਾ ਹੈਗਾ, ਤੂੰ ਸ਼ਰਾਬ ਪੀਤੀ 'ਚ ਕਹੀ ਜਾਂਦਾ। ਬਾਈ ਜੀ ਮੈਂ ਸ਼ਰਾਬ ਪੀਤੀ ਦੇ ਵਿੱਚ ਮੈਂ ਬਾਈ ਨੂੰ ਫੋਨ ਲਾਇਆ, ਬਾਈ ਸੁਖਬੀਰ ਨੂੰ ਮੈਂ ਫੋਨ ਲਾਇਆ। ਬਾਈ ਨੇ ਮੈਨੂੰ ਆਖਿਆ ਕਹਿੰਦਾ ਮੈਂ 10 ਮਿੰਟਾਂ ਤੱਕ ਆਉਣਾ। ਬਾਈ ਮੇਰੇ ਕੋਲੇ ਆਏ। ਉਸ ਸਮੇਂ ਦੇ ਵਿੱਚ ਬਾਈ ਜੀ ਮੈਨੂੰ ਥੋੜਾ ਮੈਨੂੰ ਪਤਾ ਸੀ ਕਿ ਮੈਂ ਬਾਈ ਦੇ ਨਾਲ ਗੱਲਬਾਤ ਕਰ ਰਿਹਾ ਹਾਂ, ਪਰ ਮੇਰੀ ਹਾਲਤ ਮੈਨੂੰ ਇਹ ਲੱਗ ਰਿਹਾ ਸੀ ਕਿ ਬਹੁਤ ਜ਼ਿਆਦਾ ਖਰਾਬ ਸੀ ਬਾਈ, ਮੈਨੂੰ ਕੁਝ ਨਹੀਂ ਪਤਾ ਲੱਗਦਾ ਸੀ ਬਾਲੀ ਕਿ ਮੇਰੇ ਕੋਲੇ ਕੋਈ ਬੈਠ ਨਹੀਂ ਸਕਦਾ ਸੀ, ਇੰਨੀ ਮੇਰੇ ਸਰੀਰ ਦੇ ਵਿੱਚੋਂ ਕੋਈ ਬਦਬੂ ਵਾਲਾ ਸਮੈਲ ਵਾਲਾ ਕੋਈ ਮਾਰ ਰਹੀ ਸੀ। ਪਰ ਬਾਈ ਨੇ ਬਾਈ ਜੀ ਮੈਥੋਂ ਕੋਈ ਨਫ਼ਰਤ ਨਹੀਂ ਕਰੀ, ਇਹਨੇ ਮੇਰੇ ਮੋਢੇ ਤੇ ਹੱਥ ਰੱਖਿਆ, ਕਹਿੰਦਾ ਜੱਬੀ ਤੂੰ ਸੁਧਰ ਸਕਦਾਗਾ, ਤੇਰੀਆਂ ਗੱਲਾਂ ਸਹੀ ਨੇ, ਤੂੰ ਜਿੰਮ ਜਾਂਦਾ ਹੁੰਦਾ ਸੀ, ਤੈਨੂੰ ਕੀ ਹੋ ਗਿਆ, ਤੂੰ ਹੁਣ ਵੀ ਉੱਠ ਸਕਦਾਗਾ ਜੇ ਤੂੰ ਆਪਣੇ ਮਨ ਨੂੰ ਬਦਲੇ। ਬਾਈ ਜੀ ਮੈਂ ਆਪਣੇ ਆਖਿਆ ਹਾਂ ਬਾਈ ਜੀ। ਫਿਰ ਬਾਈ ਨੇ ਮੈਨੂੰ ਇਹ ਪੁੱਛਿਆ, ਕਹਿੰਦਾ ਤੇਰੇ ਕੋਲੇ ਸ਼ਰਾਬ ਪਈ ਹੈ? ਬਾਈ ਜੀ ਮੇਰੇ ਕੋਲੇ ਪੌਣੀ ਬੋਤਲ ਪਈ ਸੀ, ਮੈਂ ਲਿਆ ਕੇ ਦਿੱਤੀ। ਤੇ ਬਾਈ ਨੇ ਮੈਨੂੰ ਕਹਿੰਦਾ ਇਹਨੂੰ ਡੋਲ, ਨਹੀਂ ਪੀਣੀ। ਬਾਈ ਜੀ ਮੈਂ ਡੋਲਤੀ, ਤੇ ਬਾਈ ਜੀ ਨਾਲ ਮੈਂ ਵਾਅਦਾ ਕੀਤਾ ਕਿ ਬਾਈ ਮੈਂ ਹੁਣ ਨਹੀਂ ਪੀਣੀ। ਬਾਈ ਮੈਂ ਸ਼ਾਮ ਨੂੰ ਔਖਾ ਬਹੁਤ ਹੋਇਆ ਪਰ ਨਹੀਂ ਪੀਤੀ। ਸੁਬਾਹ ਬਾਈ ਦਿਨ ਚੜਿਆ, ਮੇਰਾ ਫਿਰ ਦਿਲ ਕਰੇ ਯਾਰ ਲਾਲਾ ਪੈਗ ਕੀ ਹੁੰਦਾ ਗਾ। ਫਿਰ ਬਾਈ ਜੀ ਮਨ ਨੂੰ ਇੱਕ ਆਇਆ ਕਿ ਬਾਈ ਦਾ ਵੀ ਤੂੰ ਦਿਲ ਰੱਖ ਹਨਾ, ਵੀ ਉਹ ਇੰਨੇ ਨਸ਼ਿਆਂ ਦੇ ਵਿੱਚੋਂ ਨਿਕਲ ਕੇ ਅੱਜ ਸਾਹਮਣੇ ਆ ਗਿਆ, ਇੱਕ ਚੰਗਾ ਬਾਡੀ ਬਿਲਡਰ ਬਣ ਗਿਆ, ਚੰਗੇ ਲੋਕਾਂ ਨੂੰ ਸੇਧ ਦੇ ਰਿਹਾ ਕਿ ਨਸ਼ਿਆਂ ਦੇ ਵਿੱਚੋਂ ਬਾਹਰ ਨਿਕਲੋ, ਵੀ ਤੂੰ ਬਾਈ ਦਾ ਦਿਲ ਨਾ ਤੋੜ। ਮੈਂ ਬਾਈ ਨੂੰ ਫੋਨ ਲਾਇਆ ਜੀ, 8 ਦਾ ਟਾਈਮ ਸੀਗਾ ਸੁਬਾਹ, ਤੇ ਮਾਦੀ ਬਾਈ ਵੀ ਮੈਨੂੰ ਦਵਾਈ ਦਵਾ ਕੇ ਲਿਆ। ਬਾਈ ਕਹਿੰਦਾ ਮੈਂ ਆ ਗਿਆ। ਬਾਈ ਮੇਰੇ ਕੋਲੇ 5 ਮਿੰਟਾਂ ਵਿੱਚ ਦੀ ਗੱਡੀ ਲੈ ਕੇ ਆ ਗਿਆ। ਬਾਈ ਨੇ ਮੇਰੇ ਕੋਲੇ ਆਇਆ, ਮੈਨੂੰ ਬਿਠਾਇਆ ਤੇ ਮੈਨੂੰ ਡਾਕਟਰ ਦੇ ਲੈ ਗਿਆ ਜੀ। ਡਾਕਟਰ ਦੇ ਮੈਨੂੰ ਦਵਾਈ ਮੈਨੂੰ ਨਹੀਂ ਪਤਾ ਵੀ ਉਹ ਨਸ਼ਾ ਛਡਾਊ ਸੀ ਕਿ ਕਾਹਦੀ ਦਵਾਈ ਸੀਗੀ। 30-40 ਰੁਪਏ ਦੀ ਦਵਾਈ ਸੀਗੀ ਜੀ। ਉਸ ਸਮੇਂ ਮੇਰਾ ਸਰੀਰ ਬਹੁਤ ਜ਼ਿਆਦਾ ਕੰਬੀ ਜਾਂਦਾ ਸੀਗਾ, ਤੇ ਮੈਨੂੰ ਬਾਈ ਨੇ ਇੱਕ ਖੁਰਾਕ ਤੋਂ ਉੱਥੇ ਦੇਤੀ। ਉਹ ਤੋਂ ਬਾਅਦ ਬਾਈ ਲੈ ਕੇ ਦਵਾਈ ਮੈਨੂੰ ਘਰੇ ਛੱਡ ਗਿਆ, ਮੇਰੇ ਕੋਲ ਘੰਟਾ ਬੈਠਾ ਰਿਹਾ, ਮਾਤਾ ਨੂੰ ਵੀ ਸਮਝਾਇਆ, ਕੁਛ ਗੱਲਾਂ ਬਾਤਾਂ ਮੈਨੂੰ ਹੋਰ ਸਮਝਾਇਆ। ਤੇ ਬਾਈ ਜੀ ਮੈਂ ਉਹ ਦਵਾਈ ਲੈਣ ਤੋਂ ਬਾਅਦ ਮੈਂ ਤੁਰਿਆ ਫਿਰਿਆ ਬਾਈ ਜੀ, 1:30 ਵੱਜ ਗਿਆ। ਉਹ ਤੋਂ ਬਾਅਦ ਮੈਂ ਤੁਰਿਆ ਫਿਰਦਾ, ਮੈਂ ਬਾਹਰ ਸੱਥ ਦੇ ਵਿੱਚ ਆ ਗਿਆ, ਮੈਂ ਉੱਥੇ ਬੈਠਾ ਰਿਹਾ।
ਤੇ ਫਿਰ ਮੈਂ ਬਾਈ ਨਾਲ 5 ਵਜੇ ਗੱਲ ਕਰੀ ਮਦੀ ਬਾਈ ਅੱਜ ਮੈਂ ਸਾਰਾ ਦਿਨ ਨਹੀਂ ਪੀਤੀ ਹੈਗੀ ਗੀ। ਬਾਈ ਕਹਿੰਦਾ ਤੂੰ ਮੇਰਾ ਛੋਟੇ ਭਰਾ ਇਸੇ ਤਰ੍ਹਾਂ ਵਿਸ਼ਵਾਸ ਬਣਾਈ ਰੱਖੀ। ਬਾਈ ਜੀ ਮੈਂ ਬਣਾਈ ਰੱਖਿਆ ਵਿਸ਼ਵਾਸ, ਮੈਂ ਨਹੀਂ ਪੀਤੀ। ਬਾਈ ਨੇ ਮੇਰੇ ਕੋਲੇ ਇੱਕ ਦੋ ਗੇੜੇ, ਜਦੋਂ ਬਾਈ ਨੂੰ ਟਾਈਮ ਲੱਗਦਾ ਮਿਲਦਾ ਜੀ, ਬਾਈ ਨੇ ਲੰਘਦੇ ਟੱਪਦੇ ਨੇ ਮੇਰੇ ਕੋਲੇ ਗੇੜਾ ਮਾਰਨਾ। ਬਾਈ ਨੇ ਬਾਹਲੀ ਗੱਲ ਕੀ ਹੈ ਜੀ, ਮੈਨੂੰ ਇਹ ਵੀ ਦੇਖਣਾ ਰਾਤ ਨੂੰ ਆ ਕੇ ਕਿ ਸ਼ਰਾਬ ਤਾਂ ਨਹੀਂ ਪੀ ਰਿਹਾ ਬਾਈ ਜੀ, ਪਰ ਮੈਂ ਨਹੀਂ। ਪਤਾ ਨਹੀਂ ਮੇਰਾ ਪਰਮਾਤਮਾ ਨੇ, ਬਾਈ ਜੀ ਨੇ ਇਹੋ ਜਿਹਾ ਹੱਥ ਰੱਖਿਆ ਆਪਣੇ ਮੋਢੇ ਤੇ ਜੀ, ਮੇਰਾ ਦਿਮਾਗ ਆਟੋਮੈਟਿਕ ਇਹ ਹੋ ਗਿਆ। ਪਹਿਲਾਂ ਨਸ਼ੇ ਦੇ ਵਿੱਚ ਲੜਾਈ ਝਗੜੇ ਵਾਲੇ ਮਾਰ ਧਾੜ ਵਾਲੇ ਗਾਣੇ ਸੁਣਦਾ ਰਹਿੰਦਾ ਸੀ, ਫਿਰ ਮੈਂ ਸੰਤ ਢੱਡਰੀਆਂ ਵਾਲੇ ਦੇ ਦੀਵਾਨ ਸੁਣਨ ਲੱਗਿਆ ਜੀ। ਬਸ ਮੇਰਾ ਦਿਮਾਗ ਉੱਧਰ ਹੀ ਜਾ ਰਿਹਾ ਸੀਗਾ। ਤੇ ਮਾਤਾ ਜੀ ਨੂੰ ਜਦੋਂ ਪਹਿਲੀ ਵਾਰੀ ਮੈਂ ਇੱਥੋਂ ਖੁਸ਼ੀ ਮਿਲੀ ਜੀ, ਮਾਤਾ ਜੀ ਕਹਿੰਦੇ ਕਿ ਅਸੀਂ ਅਨੰਦਪੁਰ ਸਾਹਿਬ ਜਾ ਕੇ ਆਉਣਾ ਬੇਟਾ, ਆ ਵਿਸਾਖੀ ਵੇਲੇ ਜੀ 10 ਤਰੀਕ ਦੀ ਗੱਲ ਹੈ। ਮਾਤਾ ਤੁਸੀਂ ਜਾਓ। ਮਾਤਾ ਗਏ ਜੀ, ਉੱਥੇ ਵਧੀਆ ਹੱਸਦੇ ਖੇਡਦੇ ਗਏ। ਪਰ ਮਾਤਾ ਨੂੰ ਇਹ ਸੀਗਾ ਕਿ ਅੱਜ ਰਾਤ ਨੂੰ ਮੇਰਾ ਪੁੱਤ ਫੇਰ ਇਕੱਲਾ ਗਾ, ਰਾਤ ਨੂੰ ਰੱਜਿਆ ਪਿਆ ਹੋਊ ਸ਼ਰਾਬ ਦਾ। ਤੇ ਬਾਈ ਨੇ ਮੇਰੇ ਕੋਲੇ 7 ਵਜੇ ਦੇ ਲਗਭਗ ਆ ਕੇ ਦੇਖਿਆ ਵੀ ਸ਼ਰਾਬ ਤਾਂ ਨਹੀਂ ਪੀ ਜਾਂਦਾ। ਬਾਈ ਜੀ ਜਦੋਂ ਬਾਈ ਜੀ ਘਰੇ ਆਏ ਤਾਂ ਮੈਂ ਗੁਰਬਾਣੀ ਸੁਣੀ ਜਾਂਦਾ ਸੀਗਾ। ਬਾਈ ਜੀ ਵੀ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਚਲੋ ਬੈਠੇ ਰਹੇ। ਸੁਬਾਹ ਮਾਤਾ ਨੇ ਮੇਰੇ ਕੋਲੇ 6:30 ਵਜੇ ਫੋਨ ਲਾਇਆ, ਪੁੱਤ ਤੂੰ ਕਿਵੇਂ ਹੈ? ਮੰਮੀ ਮੈਂ ਠੀਕ ਆ, ਮੈਂ ਕੰਮ ਤੇ ਜਾਣਾ ਨਾ ਧੋ ਕੇ। ਮਾਤਾ ਦੇ ਮਨ ਨੂੰ ਬਾਈ ਜੀ ਹੋਰ ਖੁਸ਼ੀ ਮਿਲੀ। ਮਾਤਾ ਬੋਲੇ ਬੇਟਾ ਅਸੀਂ ਇੱਕ ਦਿਨ ਹੋਰ ਲਾਇਆ ਜੀ ਗੁਰੂ ਘਰ, ਦੀ ਮਾਤਾ ਲਾ ਆਇਓ। ਬਾਈ ਜੀ ਉਹ ਦਿਨ ਤੋਂ ਬਾਅਦ ਮੈਂ ਸ਼ਰਾਬ ਨੂੰ ਬਸ ਐਂ ਤਿਆਗਤਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਸ਼ਰਾਬ ਨਾਂ ਦੀ ਚੀਜ਼ ਹੀ ਨਹੀਂ ਸੀਗੀ ਬਾਈ ਜੀ। ਅੱਜ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਇੱਕ ਜੈਬੀ ਉਹ ਵੀ ਹੁੰਦਾ ਸੀ ਜਿਹਨੂੰ ਲੋਕ ਸ਼ਰਾਬੀ ਕਹਿੰਦੇ ਹੁੰਦੇ ਸੀ, ਤੇ ਅੱਜ ਜੈਬੀ ਉਹ ਵੀ ਆ ਜਦੋਂ ਜਾਂਦਾ ਅੱਜ ਬੋਤਲ ਤੇ ਨਹੀਂ 500-600 ਦਿਹਾੜੀ ਲਿਆ ਕੇ ਆਪਦੀ ਮਾਂ ਦੇ ਹੱਥ ਦੇ ਵਿੱਚ ਰੱਖਦਾ, ਫਿਰ ਅੱਜ ਮਹਿਸੂਸ ਕਿੱਦਾਂ ਦਾ ਹੁੰਦਾ? ਅੱਜ ਬਹੁਤ ਖੁਸ਼ੀ ਮਿਲਦੀ ਹੈ ਜੀ, ਕਿਉਂਕਿ ਮੈਨੂੰ ਨਾ ਬੱਚਿਆਂ ਤੋਂ ਮਿਲਣ ਤੋਂ ਵੀ ਨਫ਼ਰਤ ਕਰਦੇ ਸੀਗੇ ਜੀ। ਭਤੀਜਾ ਭਤੀਜੀ ਨੇ ਘਰ ਤੇ ਮੈਨੂੰ ਨਾ ਮਿਲਣ ਨਹੀਂ ਦਿੰਦੇ ਸੀਗੇ ਵੀ ਇਹਦੇ ਨਾਲ ਕੀ ਗੱਲ ਕਰਨੀ ਹੈ, ਕਿਉਂਕਿ ਕੀ ਪਤਾ ਸੀਗਾ ਸ਼ਰਾਬ ਪੀਤੀ 'ਚ ਮੈਂ ਕੀ ਬੋਲਦਾ ਜੀ। ਜਦੋਂ ਦੀ ਹੁਣ ਸ਼ਰਾਬ ਛੱਡੀ ਆ ਜੀ, ਬੱਚਿਆਂ ਨੇ ਖਾਣਾ ਮੇਰੇ ਨਾਲ ਖਾਣਾ ਜੀ। ਆਪ ਵੱਡਾ ਬ੍ਰਦਰ ਭਰਜਾਈ ਕਹਿੰਦੇ ਜਾਓ ਤੁਸੀਂ ਜੈਬੀ ਨਾਲ ਬਹਿ ਜਾਓ, ਖਾਣਾ ਖਾ ਲਓ, ਹੈ ਨਾ। ਮੇਰੇ ਨਾਲ ਖਾਣਾ ਜੀ, ਮੇਰੇ ਨਾਲ ਬਾਜ਼ਾਰ ਜਾਂਦੇ ਨੇ, ਵਧੀਆ ਹੱਸਦੇ ਖੇਡਦੇ ਨੇ ਜੀ। ਆਪ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਹੁਣ ਵੀ ਤੂੰ ਸਹੀ ਆ, ਹੈ ਨਾ, ਤੈਨੂੰ ਕਿੰਨਾ ਪਿਆਰ ਮਿਲਦਾ ਗਾ। ਤੇ ਹੋਰ ਗਲੀ ਦੇ ਆ ਕੇ ਮੈਨੂੰ ਕਹਿੰਦੇ ਆ ਕਿ ਤੂੰ ਸਾਡੇ ਜਵਾਕਾਂ ਨੂੰ ਵੀ ਲੈ ਕੇ ਜਾਇਆ ਕਰ, ਬਾਈ ਸੁਖਬੀਰ ਦਾ ਜਿੰਮ ਖੋਲ੍ਹਿਆ, ਤੂੰ ਬੱਚਿਆਂ ਨੂੰ ਜਿੰਮ ਲੈ ਕੇ ਜਾਇਆ ਕਰ, ਉਹਨਾਂ ਦੇ ਨਾਲ ਵੀ ਵਧੀਆ ਮਿਲਵਰਤਨ ਕਰ ਬਾਈ ਜੀ। ਮੈਂ ਤਾਂ ਇਹੀ ਹਰੇਕ ਨੂੰ ਕਹਿਣਾ, ਜੇ ਕੋਈ ਨਿਕਲਣਾ ਚਾਹੇ ਇਹ ਨਸ਼ੇ ਦਲਦਲ ਦੇ ਵਿੱਚੋਂ ਬਾਈ ਨਿਕਲ ਸਕਦਾ ਗਾ, ਇਨਸਾਨ ਦਾ ਮਨ ਹੋਣਾ ਚਾਹੀਦਾ ਗਾ। ਅੱਛਾ, ਇਹਦਾ ਕੀੜਾ ਫਿਰ ਵੀ ਜਾਗ ਸਕਦਾ 5-4 ਦਿਨਾਂ ਨੂੰ, ਕਿਉਂਕਿ ਹੁੰਦਾ ਕਈ ਵਾਰੀ ਬੰਦਾ ਮਹੀਨਾ ਡੇਢ ਮਹੀਨਾ ਛੱਡਤੀ ਫਿਰ ਜਿਵੇਂ ਸੀਗਾ ਕੀੜਾ ਫੇਰ ਜਾਗ ਪੈਣਾ ਕਿ ਯਾਰ ਚੱਲ ਕੋਈ ਨਹੀਂ, ਇੱਕ ਅੱਧਾ ਪੇਗ ਲਾ ਲਾ, 2 ਪੇਗ ਲਾ ਲਾ, ਜੇ ਫਿਰ ਉਹ ਚੀਜ਼ ਹੋ ਗਈ ਫਿਰ? ਨਹੀਂ ਜੀ ਬਾਈ ਜੀ, ਆਪਾਂ ਮਤ ਲਿਆ ਜੀ। ਪਹਿਲਾਂ ਮੈਨੂੰ ਇਹ ਡਰ ਹੁੰਦਾ ਸੀ ਕਿ ਮੈਨੂੰ ਅਟੈਕ ਹੋ ਜੂ, ਮੈਂ ਮਰ ਜੂਗਾ ਜੇ ਮੈਂ ਨਾ ਸ਼ਰਾਬ ਪੀਤੀ। ਬਾਈ ਜੀ ਅੱਜ ਮੈਨੂੰ ਕੁਝ ਨਹੀਂ ਹੁੰਦਾ, ਸਗੋਂ ਮੈਨੂੰ ਇਹ ਲੱਗ ਰਿਹਾ ਕਿ ਮੇਰਾ ਸਰੀਰ ਅੱਗੇ ਨਾਲੋਂ ਜ਼ਿਆਦਾ ਤੰਦਰੁਸਤ ਹੈਗਾ। ਠੀਕ ਹੈ ਬਾਈ ਜੀ, ਹੁਣ ਇੱਕ ਮਨ ਦੇ ਵਿੱਚ ਇਹ ਮਥਿਆ, ਜੇ ਵਾਹਿਗੁਰੂ ਨੇ ਜਿੱਦੇ ਮੌਤ ਦੇਣੀ ਹੈ ਦੇ ਦੇਣੀ ਹੈ। ਸ਼ਰਾਬ ਤਾਂ ਪਹਿਲਾਂ ਮੌਤ ਦੇਊਗੀ ਜੀ ਵਾਹਿਗੁਰੂ ਨਾਲੋਂ, ਵੀ ਆਪਾਂ ਉਹ ਨਸ਼ੇ ਦੇ ਵਿੱਚੋਂ ਨਿਕਲੀਏ ਵਾਹਿਗੁਰੂ ਦੀ ਵਜ੍ਹਾ ਕਰਕੇ। ਤੇ ਉੱਥੋਂ ਮੈਂ ਨਿਕਲ ਚੁੱਕਿਆ ਬਾਈ ਜੀ, ਕਿਉਂਕਿ ਹੁਣ ਮੈਨੂੰ ਕੋਈ ਸ਼ਰਾਬ ਦਾ ਨਹੀਂ। ਜੇ ਮੇਰੇ ਕੋਲ ਕੋਈ ਸ਼ਰਾਬ ਕਹਿੰਦਾ ਯਾਰ ਦੋਸਤ ਪੀ ਲਾ, ਉਹ ਕਰ ਲਾ, ਬਾਈ ਜੀ ਮੈਨੂੰ ਇੰਨੀ ਨਫ਼ਰਤ ਹੈ ਕਿ ਮੈਂ ਉਹਦੇ ਨਾਲ ਲੜਨ ਤੱਕ ਜਾਂਦਾ ਕਿ ਬਾਈ ਮੇਰੇ ਕੋਲ ਗੱਲ ਨਾ ਕਰ। ਹੁਣ ਉਸ ਮਾਂ ਦੇ ਨਾਲ ਗੱਲਬਾਤ ਕਰਾਂਗੇ ਜਿਹਨੇ ਜੈਬੀ ਦੇ ਨਾਲ ਇਹ ਸਭ ਝੱਲਿਆ ਆ, ਕਿਉਂਕਿ ਜਦੋਂ ਮੰਨ ਲਓ ਜੈਬੀ ਨੂੰ ਕੋਈ ਸ਼ਰਾਬੀ ਕਹਿੰਦਾ ਹੋਣਾ ਤਾਂ ਜੈਬੀ ਝੱਲ ਜਾਂਦਾ ਹੋਣਾ, ਕਿਉਂਕਿ ਇਹ ਸ਼ਰਾਬੀ ਹੁੰਦਾ ਸੀ, ਇਹਨੇ ਸਵੇਰੇ ਉੱਠ ਕੇ ਪੀ ਲੈਣੀ, ਸ਼ਾਮ ਤੱਕ ਪੀ ਜਾਣੀ। ਪਰ ਜਦੋਂ ਉਸ ਮਾਂ ਨੂੰ ਕੋਈ ਕਹਿੰਦਾ ਕਿ ਤੇਰਾ ਪੁੱਤ ਸ਼ਰਾਬੀ ਹੈ, ਜਿਹਨੇ ਆਪਦੀ ਕੁੱਖੋਂ ਜੰਮਿਆ, ਤਾਂ ਉਹਦਾ ਦਰਦ ਇੱਕ ਮਾਂ ਤੇ ਇੱਕ ਪਿਓ ਹੀ ਜਾਣ ਸਕਦਾ ਕਿ ਸਾਡੇ ਪੁੱਤ ਨੂੰ ਕੋਈ ਸ਼ਰਾਬੀ ਕਹਿ ਰਿਹਾ। ਕਿਉਂਕਿ ਮਾਪੇ ਪੜ੍ਹਾਉਂਦੇ ਆ, ਮਾਪੇ ਵੱਡਾ ਕਰਦੇ ਆ, ਮਾਪੇ ਸਾਨੂੰ ਸਿਖਾਉਂਦੇ ਆ ਕਿ ਸਾਡਾ ਜਵਾਕ ਕਿਸੇ ਚੰਗੇ ਕੰਮੀ ਲੱਗੇ। ਪਰ ਜਦੋਂ ਜਵਾਕ ਅਜਿਹੇ ਕੰਮਾਂ ਦੇ ਵਿੱਚ ਪੈ ਜਾਂਦਾ, ਜਦੋਂ ਉਹਦੇ ਤੇ ਤੂਮਤਾਂ ਹੀ ਲੱਗਦੀਆਂ ਨੇ, ਉਹਦੇ ਮੱਥੇ ਤੇ ਕਲੰਕ ਹੀ ਲੱਗਦੇ ਨੇ, ਉਹ ਕਲੰਕ ਨਾਲ ਉਹਦੇ ਮਾਂ ਪਿਓ ਨੂੰ ਵੀ ਸਹਿਣੇ ਪੈਂਦੇ ਨੇ। ਉਹ ਤੂਮਤਾਂ ਉਹਦੇ ਮਾਂ ਪਿਓ ਨੂੰ, ਉਹਦੇ ਮਾਪਿਆਂ ਨੂੰ ਸਹਿਣੀਆਂ ਪੈਂਦੀਆਂ ਨੇ। ਉਸ ਮਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਦਿਨ ਕਿਵੇਂ ਦੇ ਸੀ ਤੇ ਅੱਜ ਦੇ ਦਿਨ ਕਿਵੇਂ ਨੇ, ਅੰਤਰਾਲ ਜਿਹੜਾ ਅੰਤਰ ਆ ਉਹ ਕਿਵੇਂ ਦੇਖਦੇ ਹੋ ਮਾਤਾ? ਉਹ ਟਾਈਮ ਕਿਵੇਂ ਦਾ ਸੀ ਜਦੋਂ ਤੁਹਾਨੂੰ ਆਪਣਾ ਜਿਹੜਾ ਘਰ ਤੱਕ ਵੇਚਣਾ ਪੈ ਗਿਆ? ਜਿੱਦਣ ਮੇਰਾ ਘਰ ਵੇਚਿਆਗਾ ਤੇ ਇਹ ਤਾਂ ਘਰੇ ਨਹੀਂ ਸੀਗਾ, ਤੇ 4 ਬੰਦੇ ਮੇਰੇ ਘਰੇ ਆਏ। ਉਹ ਤਾਂ ਵੈਸੇ ਜਦੋਂ 4 ਬੰਦੇ ਘਰੇ ਆ ਗਏ, ਆਂਦੇ ਮਾਤਾ ਵੀ ਪੈਸੇ ਦੇ ਦੇ, ਨਹੀਂ ਤੇਰੇ ਘਰ ਨੂੰ ਜਿੰਦਾ ਲਾਵਾਂਗੇ। ਚੱਲ ਮੈਂ ਸੋਚਿਆ, ਮੈਂ ਕਿਹਾ ਵੀ ਹੋਰ ਵੀ ਕੋਈ ਚਾਰਾ ਨਹੀਂ, ਰਿਸ਼ਤੇਦਾਰਾਂ ਤੋਂ ਵੀ ਫੜੀ ਬੈਠੀ ਆਂ ਵੀ ਕਿਵੇਂ ਕਰਾਂ। ਚੱਲ ਮੈਂ ਇੱਕ ਦਲਾਲ ਬੁਲਾਇਆ, ਦਲਾਲ ਨੇ ਉਹਨੇ ਆ ਕੇ, ਮੈਂ ਕਿਹਾ ਕਿੰਨੇ ਕੁ ਦਾ ਮੇਰਾ ਘਰ? ਕਹਿੰਦਾ ਵੀ ਵੱਧ ਤੋਂ ਵੱਧ ਤੇਰਾ 3 ਦਾ, ਬਸ 3.5 ਦਾ ਵਿਕੂਗਾ। ਮੈਂ ਉਸ ਤੋਂ ਬਾਅਦ ਬਸ ਮੈਂ ਉਹ ਤੋਂ ਸਾਈ ਫੜੀ 10,000 ਰੁਪਈਆ। 10,000 ਰੁਪਈਆ ਫੜ ਕੇ ਤੇ ਉਹਦੀ ਇਹ ਆ ਗਿਆ ਪੁੱਤ, ਅਜੇ ਧਰੇ ਹੀ ਆ ਮੈਂ 10 ਦੀ 10 ਇਹ ਚੱਕ ਕੇ ਲੈ ਗਿਆ। 10,000 ਚੱਕਿਆ। ਚੱਲ ਮੈਂ ਚੁੱਪ ਕਰ ਗਈ। ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਐਂ ਕਰਕੇ ਤੇ ਫਿਰ ਮੈਂ
ਉਹਨਾਂ ਨੂੰ ਪੈਸੇ ਦੇਤੇ। ਫਿਰ ਮੇਰਾ ਵੱਡਾ ਮੁੰਡਾ ਕਹਿੰਦਾ ਵੀ ਉਹਨੇ ਰੌਲਾ ਪਾਲਿਆ, ਕਹਿੰਦਾ ਵੀ ਇਹਨੇ ਘਰ ਵੇਚਤਾ ਵੀ ਮੈਂ ਲੈਣਾ। ਚਲੋ ਰਿਸ਼ਤੇਦਾਰਾਂ ਨੇ ਮੈਨੂੰ ਫੋਨ ਕਰਤਾ, ਉਹਨੇ ਮੈਨੂੰ ਮੁੰਡੇ ਨੇ ਮੇਰੇ ਨੇ ਪੈਸੇ ਦੇਤੇ, ਸੱਦ ਕੇ ਮੈਂ ਸਾਰਿਆਂ ਨੂੰ ਪੈਸੇ ਦੇਤੇ। ਉਸ ਤੋਂ ਬਾਅਦ ਮੇਰਾ 2 ਲੱਖ ਸੀਗਾ, 2 ਲੱਖ ਮੈਂ ਦਿੱਤਾ ਤੇ ਸਾਡੇ ਘਰ ਦੇ ਮੁੱਕ ਚੁੱਕੇ ਸੀਗੇ ਪਹਿਲੀਆਂ ਚ ਦੀ। ਫਿਰ ਮੇਰੇ ਕੋਲੇ 60,000 ਰੁਪਈਆ ਰਹਿ ਗਿਆ। 60 ਹੋਇਆ, ਹੌਲੀ ਹੌਲੀ ਇਹ ਮੈਨੂੰ ਆਂਦਾ ਮੰਮੀ ਮੈਂ ਉੱਥੋਂ ਚੁਕਾਉਣੀ ਹੈ ਸਮਾਨ। ਜਦੋਂ ਮੈਂ ਆਪਦਾ ਮੇਰਾ ਕਬਜ਼ਾ ਟੁੱਟ ਗਿਆ, ਸਾਡੇ ਮੇਰੇ ਜੇਠ ਦੀ ਨੂੰਹ ਰਹਿੰਦੀ ਹੈ, ਮੈਂ ਉਹਦੇ ਘਰੇ ਆ ਗਈ। ਉਹਨਾਂ ਨੇ ਮੈਨੂੰ 20 ਕੁ ਦਿਨ ਤਾਂ ਬਿਠਾਈ। ਅਗਲਾ ਕਹਿੰਦਾ ਵੀ ਇਹਦੇ ਪੁੱਤ ਨੇ ਘਰੋਂ ਕੱਢਤੀ, ਇਹਦਾ ਪੁੱਤੇ ਛੋਟਾ ਵੀ ਐਂ ਕਰਦਾ ਹੈਗਾ ਤੇ ਇਹਨੂੰ ਆਪਾਂ ਪਾਸੇ ਕਰ ਦੇਗੇ। ਫਿਰ ਮੇਰਾ ਪਿਛਲੇ ਪਿੰਡ ਮੈਂ ਬਹਿਣੀਵਾਲ ਘਰ ਪਿਆ ਸੀਗਾ, ਉੱਥੇ ਕੱਚਾ ਮਕਾਨ ਸੀਗਾ, ਮੈਂ ਉੱਥੇ ਵਗ ਗਈ ਇਹਨੂੰ ਲੈ ਕੇ। ਚਲੋ ਉੱਥੇ ਮੈਂ ਮਿੱਟੀ ਪੋਚਾ ਜਿਹਾ ਲਾਇਆ, ਮੈਂ ਉੱਥੇ 6-7 ਮਹੀਨੇ ਰਹੀ। ਬਾਕੀ ਜਿਹੜੇ ਪੈਸੇ ਪੂਸੇ ਸੀਗੇ ਇਹ ਵੀ ਖਾਂਦਾ ਰਿਹਾ। ਬਾਹਰੋਂ ਆਈ ਅਗਲਾ ਕਹਿੰਦਾ ਪਿੰਡ 'ਚ ਫੇਰ ਆ ਬੜੀ, ਹੁਣ ਮੈਨੂੰ ਜਿਹਦੇ ਇੱਥੇ ਵੀ ਨਾ ਕੋਈ ਘਰ 'ਚ ਵੜਨ ਦੇਵੇ, ਕੌਣ ਕਿਰਾਏ ਤੇ ਦੇਵੇ। ਅਗਲਾ ਕਹਿੰਦਾ ਵੀ ਇਹਨੇ ਇੱਕ ਮੁੰਡੇ ਨੇ ਸ਼ਰਾਬ ਪੀ ਪੀ ਕੇ ਘਰ ਵੇਚਤਾ, ਕਿਸੇ ਨੂੰ ਕੀ ਪਤਾ ਵੀ ਕਿਵੇਂ ਕੋਈ ਹੋਇਆ। ਮੈਂ ਫੇਰ ਵੀ ਆਖ ਦਿੰਦੀ ਇਹਦਾ ਕਰਜ਼ਾ ਦੇਣਾ, ਉਹ ਦੇਣਾ। ਇਹਨੇ ਫੇਰ ਨਾ ਮੇਰੀ ਗੱਲ ਮੰਨਣੀ। ਮੈਂ ਬਹੁਤ ਕਹਿੰਦੀ ਵੀ ਪੁੱਤ ਵੀ ਘਰ ਵੀ ਨਹੀਂ ਰਿਹਾ, ਹੁਣ ਤਾਂ ਤੂੰ ਦਾਰੂ ਛੱਡ ਦੇ। ਆਖ ਦਿੰਦਾ ਲੈ ਘਰ ਤੈਨੂੰ ਚਾਹੀਦਾ ਗਾ, ਮੈਂ ਮਰ ਜਾਊਂਗਾ, ਤੈਨੂੰ ਘਰ ਮਿਲ ਜਾਊਗਾ, ਤੂੰ ਉੱਥੇ ਵਗ ਜੀ, ਇੱਧਰ ਵਗ ਜੀ। ਇਹਨੇ ਕਿਉਂ ਸੁਣਨਾ। ਉਸ ਤੋਂ ਬਾਅਦ ਫਿਰ ਇਹ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆ, ਕੋਈ ਮਿਸਤਰੀ ਸੀਗਾ ਬਾਹਰਲਾ, ਉਹ ਇਹਨੂੰ ਲੈ ਗਿਆ, ਸਾਲ ਰਿਹਾ ਉੱਥੇ। ਪਰ ਹੁਣ ਆ ਪਿਛਲੇ ਸਾਲ ਇਹ ਅੱਜ ਇਹ ਅਸੀਂ ਆਏ ਸੀਗੇ ਇੱਥੇ ਇਹਦੇ 'ਚ 11 'ਚ 11ਵੇਂ ਮਹੀਨੇ ਦੇ ਵਿੱਚ ਜਦੋਂ ਅਸੀਂ ਇੱਥੇ ਆ ਗਿਆ ਵੱਡੇ ਮੁੰਡੇ ਨੂੰ, ਫੇਰ ਆਖਣ ਲੱਗੇ ਵੀ ਤੇਰੀ ਮਾਂ ਰੁਲਦੀ ਫਿਰਦੀ, ਤੂੰ ਲੈ ਕੇ ਆ। ਚੱਲ ਇਹ ਸਾਨੂੰ ਹੁਣ ਇੱਥੇ ਲਿਆ ਆ। ਪਤਾ ਉਹ ਜਿਹੜਾ ਦੇਣਾ ਲੈਣਾ ਸੀਗਾ ਮੈਂ ਲਾਤਾ। ਹੁਣ ਵੱਡੇ ਮੁੰਡੇ ਦੇ ਮੈਂ ਕਿਰਾਏ ਤੇ ਰਹਿੰਦੀ ਆ। ਇਹਨੂੰ ਜੈਬੀ ਨੂੰ ਆਖਦੇ ਹੁੰਦੇ ਸੀ ਤੇ ਕਿੰਨਾ ਕੁ ਆਖਿਆ, ਕਿੰਨਾ ਕੁ ਮੰਨਦਾ ਹੁੰਦਾ ਸੀ ਉਦੋਂ ਗੱਲ? ਇਹਨੂੰ ਮੈਂ ਬਹੁਤ ਸਮਝਾਉਂਦੀ, ਪਤਾ ਇਹ ਨਾ ਸੁਧਰਦਾ। ਜੇ ਮੈਂ ਇਹਨੂੰ ਆਖ ਦਿੰਦੀ ਦੇਖ ਤੇਰੇ ਸ਼ਰੀਕ ਭਾਈ ਨਾ, ਉਹਨਾਂ ਮੁੰਡਿਆਂ ਨੇ ਇੰਨੇ ਘਰ ਬਣਾ ਲਏ, 600 ਰੁਪਈਆ ਦਿਹਾੜੀ ਦਾ, ਮੈਂ ਵੀ ਤੈਨੂੰ ਸਾਥ ਦਿੰਨੀ ਆ, ਪਰ ਤੈਨੂੰ ਕੋਈ ਆਉਂਦੀ ਨਹੀਂ, ਸਮਝ ਨਹੀਂ ਆਉਂਦੀ। ਆਖ ਦਿੰਦਾ ਤੈਨੂੰ ਤਾਂ ਪੈਸਿਆਂ ਦਾ ਲਾਲਚ ਆ, ਤੈਨੂੰ ਆਏ ਆ ਮੈਂ ਐਂ ਕਰ ਦੂੰ ਬਾਹ ਕਰ ਦੂੰ। ਇਹਨੇ ਕਿਹੜਾ ਸੁਣਨਾ ਹੀ ਸੀ ਮੇਰੀ ਗੱਲ, ਇੱਕ ਨਾ ਸੁਣਦਾ। ਉਸ ਤੋਂ ਬਾਅਦ ਕੀ ਹੋਇਆ, ਹੁਣ ਵੀ ਇਹਨੇ ਬਸ ਇੱਕ ਦਿਨ ਸਤਵੀਰ ਵੀਰ ਦੀ ਇਹਦੇ ਵਿਚਾਰੇ ਦੀ ਦਿਖਾਈ ਜਾਵੇ ਵੀਡੀਓ, ਮੈਨੂੰ ਦਿਖਾਈ ਜਾਵੇ, ਦੇਖ ਮੰਮੀ। ਮੈਂ ਇਹਨੂੰ ਕਿਹਾ, ਮੈਂ ਕਿਹਾ ਸਾਰੀ ਦੁਨੀਆ ਸੁਧਰ ਜੂ ਪਰ ਤੂੰ ਨਹੀਂ ਸੁਧਰਦਾ ਪੁੱਤ। ਰਿਸ਼ਤੇਦਾਰਾਂ ਤੋਂ ਮੈਨੂੰ ਨਫ਼ਰਤ ਦਵਾਤੀ। ਇੱਕ ਮਾਂ ਜੇ ਤਾਂ ਆਥਣੇ ਤਾਂ ਮੈਨੂੰ ਆਏ ਹੁੰਦਾ ਵੀ ਮਰ ਜੇ, ਜਦੋਂ ਰਾਤ ਨੂੰ ਤੰਗ ਕਰਦਾ, ਰੋਟੀ ਨਹੀਂ ਬਣਾਈ ਮਾਂ ਤੂੰ, ਆਟਾ ਨਹੀਂ, ਆਟਾ ਕਿੱਥੋਂ ਲਿਆਵਾਂ ਮੈਂ, ਕਿੱਥੋਂ ਕੋਈ ਦਾਲ ਪਾਣੀਆਂ ਲਿਆਵਾਂ ਡੱਕੇ ਨੇ, ਉਹਨੂੰ ਕੁਛ ਨਾ ਪਤਾ ਲੱਗਦਾ। ਤੜਕੇ ਉੱਠਣਾ ਕੰਮ ਵੀ ਉਹੋ ਜਿਹੇ ਬੰਦਿਆਂ ਦੇ ਮਿਲ ਜਾਂਦਾ ਜਿਹੜੇ ਦਾਰੂ ਪਿਆਉਂਦੇ, ਇਹਨੂੰ ਵਗ ਜਾਂਦਾ ਉੱਠ ਕੇ। ਚੱਲ ਮੈਨੂੰ ਆਏ ਰਹਿੰਦਾ ਕੁਛ ਲਿਆਊਗਾ, ਮੈਂ ਆਪਦੇ ਕੰਮ ਧੰਦੇ ਤੇ ਤੁਰੀ ਫਿਰਦੀ, ਲੋਕਾਂ ਦੇ ਭਾਂਡੇ ਮਾਂਜਦੀ। ਪਰ ਇਹਨੂੰ ਲੋਕ ਵੀ ਸਾਡੇ ਰਿਸ਼ਤੇਦਾਰ ਵੀ ਆਂਦੇ ਤੈਨੂੰ ਸ਼ਰਮ ਨਹੀਂ ਆਉਂਦੀ, ਤੇਰੀ ਮਾਂ ਗੋਹਾ ਕੂੜਾ ਛੱਡਦੀ ਫਿਰਦੀ ਆ। ਇਹਦੇ ਕੁਛ ਨਾ ਜਾਂਦੀ, ਇਹ ਤਾਂ ਬਸ ਚੁੱਪ ਕਰ ਜਾਂਦਾ। ਚੁੱਪ ਉਹੀ ਹੱਥ ਨੇ ਫੇਰ ਹਾਲ ਹੋ ਜਾਣਾ ਪੁੱਤੇ ਦਾ। ਹੁਣ ਇਹਨੂੰ ਨਾ ਘਰ ਆ ਨਾ ਕੋਈ ਬਾਹਰ ਆ। ਹੁਣ ਇਹ ਫਿਰ ਸਤਵੀਰ ਦੀ ਦੇਖੀ ਜਦੋਂ ਇਹਨੇ ਵੀਡੀਓ, ਫਿਰ ਇਹਨੂੰ ਸੱਦਿਆ ਮੁੰਡੇ ਨਾਲ, ਵਿਚਾਰਾ ਗਿਆ। ਬੁਰਾ ਹਾਲ, ਮੈਨੂੰ ਤਾਪ ਚੜਿਆ ਪਿਆ, ਰਾਤ ਨੂੰ ਡਰਦੀ ਨੂੰ ਤਾਪ ਚੜ ਜਾਂਦਾ, ਕਦੋਂ ਮਾਰਦਾ ਵੀ ਮੇਰੇ। ਅੱਛਾ, ਤੁਹਾਨੂੰ ਕੁੱਟਦਾ ਤੱਕ ਨਹੀਂ ਹੁੰਦਾ ਸੀ? ਮਾਰਦਾ ਤੇ ਮੇਰੇ। ਮੈਂ ਕੁਛ ਨਾ ਬੋਲਦੀ, ਮੈਂ ਆਖ ਦਿੰਦੀ ਚੱਲ ਕੋਈ ਨਾ, ਜੇ ਰਿਸ਼ਤੇਦਾਰ ਫੋਨ ਕਰ ਦਿੰਦੇ ਤੇਰਾ ਕੁਛ ਦੁੱਖ ਤਾਂ ਮੈਂ ਆਖ ਦਿੰਦੀ ਨਹੀਂ। ਮੈਂ ਉਹਨਾਂ ਨੂੰ ਕਦੇ ਅੱਜ ਤੱਕ ਰਿਸ਼ਤੇਦਾਰਾਂ ਨੂੰ, ਅੱਜ ਮੈਂ ਤੁਹਾਨੂੰ ਦੱਸ ਚੁੱਕੀ, ਮੈਂ ਆਏ ਨਹੀਂ ਆਖਿਆ ਸੀਗਾ ਵੀ ਮੈਨੂੰ ਇਹ ਮਾਰਦਾ ਹੈਗਾ। ਫਿਰ ਮੈਨੂੰ ਆਖ ਦਿੰਦਾ ਦੇ ਪੈਸੇ, ਦੇ ਪੈਸੇ। ਪੈਸੇ ਹੁਣ ਜੇ ਇਹੋ ਜਿਹੇ ਹੁੰਦੇ ਮੈਨੂੰ ਆਏ ਰਹਿੰਦਾ ਵੀ ਰੌਲਾ ਪਾਊਗਾ, ਮੈਂ ਚੁੱਪ ਕਰਕੇ ਕਦੇ ਤਾਂ ਦੇ ਦਿੰਦੀ, ਜੇ ਹੁੰਦੇ ਨਾ ਹੁੰਦੇ ਤਾਂ ਭਾਈ ਨਾ ਕਰਦਾ। ਫਿਰ ਵਗ ਜਾਂਦਾ ਕੰਮ ਤੇ ਬਸ ਥੋੜੇ ਘਣੇ ਜੇ ਮੈਨੂੰ 150 ਦਿੰਦਾ ਬਸ। ਕਿਉਂ ਕਣਕ ਹੁਣ ਬਾਦਲ ਦੇਣ ਲੱਗ ਗਿਆ ਸੀਗਾ, 2 ਗੱਟੇ ਮੈਨੂੰ ਕਣਕ ਦੇ ਆਉਂਦੇ, ਉਹਦੇ ਨਾਲ ਗੁਜ਼ਾਰਾ ਕਰਦੇ, ਕੁਛ ਝਾੜੂ ਪੋਚੇ ਕਰਦੀ। 750 ਮੇਰੀ ਪੈਨਸ਼ਨ ਆਉਂਦੀ ਸੀ, ਟਾਈਮ ਪਾਸ ਮੈਂ ਆਪਦਾ ਜਾਣ ਕੇ ਕਰ ਲਿਆ। ਹੁਣ ਧੰਨਵਾਦ ਇਸ ਬੇਟੇ ਦਾ ਜਿਹਨੇ ਇਹਨੂੰ ਰਾਹ ਪਾਤਾ, ਤੇ ਮੈਂ ਤਾਂ ਨਹੀਂ ਇਹੋ ਜਿਹੇ ਪੁੱਤਰ ਰਾਹ 'ਚ। ਉਹ ਹੁਣ ਮੈਨੂੰ ਤਾਂ ਇਹ ਸੀਗਾ ਵੀ ਇਹ ਹੁਣ ਨਹੀਂ ਬਚਦਾ ਗਾ। ਕਦੇ ਤਾਂ ਮੈਂ ਆਖ ਦਿੰਦੀ ਇੱਧਰ ਤਾਂ ਮਰ ਜੇ। ਜਦੋਂ ਰਾਤ ਨੂੰ ਆਏ ਮੈਂ ਬੈਠੀ ਝਾਕੀ ਜਾਂਦੀ, ਗਵਾਂਢਣਾ ਵੀ ਆਖਦੀਆਂ ਇਹ ਨਹੀਂ ਸੁਧਰਦਾ ਗਾ ਕਦੇ ਵੀ। ਮੈਨੂੰ ਫਿਰ ਵੀ ਆ ਮੇਰਾ ਕਦੇ ਤਾਂ ਢਿੱਡ ਮੱਚਦਾ ਵੀ ਇਹੋ ਜਿਹਾ ਕੁਛ ਕਰਦਾ, ਕਿੱਥੇ ਤਾਂ ਘਰ-ਬਾਰ ਬਣਾ। ਹੁਣ ਵੀ ਮੈਂ ਇਹਨੂੰ ਬਥੇਰਾ ਸਮਝਾਉਣੀ ਆ, ਮੈਂ ਕਿਹਾ ਪੁੱਤ ਹੁਣ ਤੂੰ ਸੁਧਰ ਜਾ, ਕੁਛ ਨਹੀਂ ਹੁਣ ਤਾਂ ਆਪਣੇ ਕੋਲ ਘਰ ਨਹੀਂ ਰਿਹਾ, ਬਾਹਰ ਨਹੀਂ ਰਿਹਾ, ਹੁਣ ਤੂੰ ਸੁਧਰ। ਜਿੰਮ ਦਾ ਖਿਡਾਰੀ ਸੀ, ਬਥੇਰਾ ਸੁੱਖ ਨਾਲ ਉਹ ਕੰਮ ਧੰਦਾ ਕਰਦਾ ਸੀ, ਪਰ ਇਹਦੇ ਇੱਕ ਨਹੀਂ ਗਈ ਕੋਲ ਦੀ, ਇੱਕ ਵੀ ਗੱਲ। ਬਾਈ ਇਹ ਦੇਣਾ ਕਿੱਥੇ ਦਿਓਗੇ ਯਾਰ ਆਪਦੀ ਮਾਂ ਨੂੰ? ਮਾਂ ਤੇ ਹੱਥ ਚੱਕਿਆ, ਇਹ ਦੇਣਾ ਕਿੱਥੇ ਦਿਓਗੇ ਯਾਰ? ਬਾਈ ਜੀ ਪਹਿਲਾਂ ਵੀ ਮੈਨੂੰ ਨਸ਼ੇ ਦੀ ਹਾਲਤ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਸੀ, ਪਰ ਹੁਣ ਮੈਨੂੰ ਪਤਾ ਲੱਗ ਗਿਆ ਕਿ ਰੱਬ ਵਸਦਾ, ਰੱਬ ਮਾਂ ਦੇ ਵਿੱਚ ਹੀ ਵਸਦਾ ਹੈਗਾ ਬਾਈ ਜੀ।
ਹੁਣ ਬਾਹਲੀ ਗੱਲ ਕੀ ਆ, ਮਾਂ ਦੇ ਪੈਰੀ ਹੱਥ ਲਾਉਣਾ ਬਾਈ ਜੀ। ਕਦੇ ਕਦੇ ਤਾਂ ਮਾਂ 'ਤੇ ਇੰਨਾ ਭਾਵੁਕ ਹੋ ਜਾਂਦਾ, ਮੈਂ ਕੰਮ 'ਤੇ ਜਾਂਦਾ ਮਾਂ ਦੀ ਚੱਪਲਾਂ ਪਾ ਕੇ ਜਾਂਦਾ। ਹੁਣ ਮਾਂ ਤਾਂ ਮੈਨੂੰ ਇੰਨਾ ਆਉਂਦਾ। ਹੁਣ ਬਾਈ ਜੀ ਮੇਰੀ ਜੇਬ ਦੇ ਵਿੱਚ 10 ਰੁਪਏ ਵੀ ਹੁੰਦੇ ਨੇ, ਉਹ ਵੀ ਲਿਆ ਕੇ ਮਾਂ ਨੂੰ ਦੇਣੇ। ਲੈ ਮਾਂ ਨੂੰ ਖੁਸ਼ ਦੇਖ ਕੇ ਬਾਈ ਹੁਣ ਆਪ ਨੂੰ ਬਹੁਤ ਖੁਸ਼ੀ ਮਿਲਦੀ ਹੈਗੀ, ਤੇ ਵੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਕੈਮਰੇ ਦੇ ਸਾਹਮਣੇ ਮਾਂ ਦੇ ਹੁਣ ਪੈਰੀ ਹੱਥ ਜਿਹੜਾ ਦਿਲ ਤਾਂ ਮੇਰਾ ਐਂ ਕਰਦਾ ਵੀ ਤੈਨੂੰ ਪੈਸੇ ਕਰਕੇ ਪਹਿਲਾਂ ਤੇਰੇ ਤੋਂ ਉਹ ਗੁਨਾਹਾਂ ਦਾ ਤੇ ਤੋਂ ਪੁੱਛ ਕੇ ਵੀ ਬਾਈ ਕਿਵੇਂ ਆ ਯਾਰ, ਮੇਰਾ ਖੁਦ ਦਾ ਦਿਲ ਰੋਈ ਜਾਂਦਾ। ਹਾਂਜੀ ਮਾਜੀ। ਤੇ ਫਿਰ ਇਹਦੇ ਪਾਪਾ ਜੀ ਢਿੱਲੇ ਬਹੁਤ ਜ਼ਿਆਦੇ ਬੇਟਾ। ਵੱਡੇ ਨੂੰ ਆਖੇ ਉਹ ਨਾ ਆਇਆ, ਤੇ ਇਹਨੂੰ ਆਖੇ ਵੀ ਡੱਕਿਆ ਸ਼ਰਾਬ ਦਾ ਪਿਆ। ਤੇ ਰਾਤ ਦਾ ਸੱਚਮੁੱਚ ਜਿਵੇਂ ਕੋਈ ਟਾਈਮ ਹੀ ਦਿੱਤਾ ਹੁੰਦਾ ਗਾ। ਤੇ ਮੈਂ ਦੁੱਧ ਲੈ ਕੇ ਆਈ, ਚਾਹ ਮੰਗੀ ਜਾਣ ਵੀ ਚਾਹ ਕਰ ਦੇ, ਗਾਲਾਂ ਕੱਢੀ ਜਾਵੇ। ਮੈਂ ਕਿਹਾ ਨਹੀਂ ਵੀ ਮੈਂ ਜਾਉਣੀ ਆ। ਕਹਿੰਦਾ ਵੀ ਕਿੱਧਰ ਗਏ? ਮੈਂ ਬਹਾਨਾ ਮਾਰਿਆ, ਮੈਂ ਕਿਹਾ ਵੀ ਨਾ ਅੱਜ ਛੱਤ ਪਾਉਂਦਾ ਤਾਂ ਨਹੀਂ ਕਰਕੇ ਆਇਆ। ਤੇ ਤੜਕੇ ਪੁੱਤ 6:30 ਵਜੇ ਡੈਥ ਹੋ ਗਈ। ਇਹਨੂੰ ਮੈਂ ਉਠਾਇਆ, ਮੈਂ ਕਿਹਾ ਹੁਣ ਤਾਂ ਮਰ ਗਿਆ ਤੁਹਾਡਾ ਪਿਓ, ਹੁਣ ਤਾਂ ਖੜੇ ਹੋ ਜਾਓ। ਵੱਡਾ ਮੁੰਡਾ ਆਇਆ, ਉਹਨੇ ਆ ਕੇ ਮਾੜਾ ਜਿਹਾ ਚੱਕ ਲਿਆ। ਇਹਨੂੰ ਕੋਈ ਸੁਰਤ ਨਾ। ਸਵੇਰੇ ਇਹਦੀ ਦਾਰੂ ਪੀਤੀ ਵੀ ਸੀ? ਸਵੇਰੇ ਦਾਰੂ ਪੀਤੀ ਵੀ, ਪੂਰੇ ਰਾਤ ਨੂੰ ਆਇਆ ਉਹ ਡੱਕ ਕੇ ਉੱਠਿਆ ਹੀ ਨਹੀਂ। ਇਹਨੇ ਆਖਿਆ ਐਵੇਂ ਕਰਦੀ ਆ। ਜਦੋਂ ਗਲੀ ਗਮਾਂਢ ਆਏ ਫਿਰ ਇਹਨੂੰ ਉਠਾਇਆ ਆ ਕੇ। ਮੈਂ ਵੀ ਆਈ ਕਹਿੰਦੀ ਵੀ ਕਿਤੇ ਪੁੱਤ ਮੇਰਾ ਸੁਧਰ ਜੂਗਾ। ਮੇਰੇ ਇੱਕ ਹੀ ਸੀਗਾ ਤੇ ਇੱਕ ਨੇ ਮੈਨੂੰ ਇਹ ਜਿਹਾ ਕਾਰੇ ਦਿਖਾਤੇ। ਜਿਹੜੀ ਮਾਂ ਨੂੰ ਕੁੱਟਿਆ ਉਹ ਅੱਜ ਐਕਸੈਪਟ ਕਰੀ ਬੈਠੀ ਆ ਸੋਨੂੰ ਬਾਈ। ਸੁਖਬੀਰ, ਇਹ ਗੱਲਾਂ ਸੁਣ ਕੇ, ਇਹ ਚੀਜ਼ਾਂ ਕਰਕੇ ਜਦੋਂ ਮਾਂ ਦੀਆਂ ਅਸੀਸਾਂ ਨੇ, ਮਾਂ ਤੁਹਾਨੂੰ ਅਸੀਸਾਂ ਦਿੰਦੀ ਆ, ਉਦੋਂ ਯਾਰ ਕਿਵੇਂ ਦਾ ਲੱਗਦਾ? ਮੈਂ ਫਿਰ ਉਹੀ ਗੱਲ ਕਿ ਯਾਰ ਸਲਾਮ ਦੇ ਹੱਕਦਾਰ ਹਾਂ ਬਾਈ ਜੀ। ਇੱਕ ਤਰ੍ਹਾਂ ਦਾ ਨਾ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਨੂੰ ਜਦੋਂ ਮਾਵਾਂ ਕਹਿੰਦੀਆਂ ਪੁੱਤ ਸਾਡਾ ਪੁੱਤ ਨਹੀਂ ਸੁਧਰਦਾ, ਉਹਦੇ ਮਾਂ ਕੋਲੇ ਗਿਆ, ਇਹ ਕਹਿੰਦੀ ਪੁੱਤ ਸਾਰੀ ਦੁਨੀਆ ਸੁਧਰ ਜੂ, ਇਹ ਨਹੀਂ ਸੁਧਰਦਾ। ਚਲੋ ਇਹਨਾਂ ਨੇ ਆਪਦਾ ਸਾਰਾ ਦੱਸਿਆ ਮੈਨੂੰ, ਜਿਵੇਂ ਹੁਣ ਦੱਸੀ ਜਾਂਦੇ ਨੇ ਹੈ ਨਾ, ਸਭ ਕੁਝ ਦੱਸਿਆ। ਮਾਂ ਚਲੋ ਮਾਤਾ ਵੀ ਕਿਵੇਂ ਸੀ, ਹੈ ਤਾਂ ਤੇਰਾ ਪੁੱਤ ਨਾ, ਪਰ ਮਾਂ ਅੱਜ ਤੱਕ ਮੈਂ ਨਸ਼ਾ ਕਰ ਲਿਆ ਜੀ ਹੈ ਨਾ, ਐਡੇ ਐਡੇ ਨਸ਼ੇ ਕਰ ਲਈ। ਮੈਂ ਆਪਦੀ ਮਾਂ ਪਿਓ ਦੇ ਮੂਹਰੇ ਵਿਆਹ ਤੱਕ ਮੈਂ ਉੱਚੀ ਵੀ ਨਹੀਂ ਚੱਕਿਆ। ਮੈਨੂੰ ਹੁਣ ਵੀ ਵਿਆਹ ਤੋਂ ਬਾਅਦ ਮੇਰੀ ਮੰਮੀ ਲੱਪੜ ਵੀ ਮਾਰ ਲੈਂਦੀ ਆ, ਕਹਿੰਦਾ ਨਾ ਵੀ ਮੰਮੀ ਚੱਲ ਖੁਸ਼ ਕਰ ਲੈ, ਦਿਲ ਖੁਸ਼ ਹੋ ਜਾਂਦਾ ਇਹਨਾਂ ਮਾਂ ਪਿਓ ਦਾ ਹੈ ਨਾ, ਵੀ ਇਹ ਚਲੋ ਸ਼ਰਾਬ 'ਚ ਕਰ ਗਿਆ ਹੈ ਨਾ। ਪਰ ਜਿਹੜਾ ਅੱਜ ਦਾ ਟਾਈਮ ਹੈ ਜੀ ਇਹਦਾ ਜੇਬੀ ਦਾ, ਅੱਜ ਦੇ ਟਾਈਮ 'ਚ ਦਿਹਾੜੀ ਵੀ ਲਿਆ ਕੇ ਫੜਾਉਂਦਾ ਹੈ, ਮਾਂ ਨੂੰ ਮੁਕਤਸਰ ਵੀ ਘੁਮਾ ਕੇ ਲਿਆਇਆ, ਹੋਰ ਵੀ ਹੈ ਨਾ, ਜਿੱਥੇ ਕਹਿੰਦੇ ਆ ਵੀ ਜਦੋਂ ਇਹੋ ਜਿਹੀਆਂ ਮਾਵਾਂ ਮੈਨੂੰ ਸੀਸਾਂ ਦੇ ਨਾ, ਮੈਨੂੰ ਇੱਕ ਤਰ੍ਹਾਂ ਦਾ ਐਡਾ ਹੌਸਲਾ ਮਿਲਦਾ ਬਾਈ ਜੀ। ਮੈਂ ਜਿੰਮ ਦੇ ਵਿੱਚ ਫਿਰ ਐਡੀ ਜ਼ਿਆਦਾ ਮਿਹਨਤ, ਮੈਨੂੰ ਹੌਸਲਾ ਮਿਲਦਾ ਵੀ ਪਰਮਾਤਮਾ ਕੀ ਪਤਾ ਮੈਨੂੰ ਤੂੰ ਸੇਵਾ ਹੀ ਲਾਈ ਹੋਵੇ, ਵੀ ਮੈਂ ਜੀ ਵੱਧ ਚੜ ਕੇ ਇਦੋਂ ਵੀ ਮੇਰੇ ਭਰਾਵਾਂ ਨੂੰ ਕਹਿਣਾ ਹੈ ਵੀ ਦੇਖੋ ਜੈਬੀ ਵੀ ਨਿਕਲਿਆ ਹੈ ਨਾ 10 ਸਾਲਾਂ ਬਾਅਦ, ਤੁਸੀਂ ਇੱਕ ਵਾਰੀ ਕੋਸ਼ਿਸ਼ ਤਾਂ ਕਰੋ ਨਾ। ਹੁਣ ਇਹਦਾ ਬਾਈ ਦਾ ਫੋਨ ਆਇਆ ਮੈਨੂੰ, ਮੈਂ ਅੱਧਾ ਪੌਣਾ ਘੰਟਾ ਇਹਦੇ ਨਾਲ ਪਹਿਲਾਂ ਗੱਲਾਂ ਮਾਰੀਆਂ ਜੀ। ਜਦੋਂ ਇਹ ਉੱਚੀ ਉੱਚੀ ਫੋਨ ਤੇ ਰੋਣ ਲੱਗ ਗਿਆ, ਬਾਈ ਕਹਿੰਦਾ ਮੈਨੂੰ ਬਚਾ ਲੈ। ਮਾਂ ਵੀਰੇ ਮੈਂ ਕੌਣ ਹੁਣ ਬਚਾਉਣ ਵਾਲਾ, ਬਚਾਊ ਪਰਮਾਤਮਾ, ਮੈਂ ਤੇਰੇ ਨਾਲ ਖੜ ਸਕਦਾ ਆ ਕੇ, ਤੂੰ ਵਾਅਦਾ ਕਰ ਵੀ ਮੈਂ ਤੈਨੂੰ ਸ਼ਰਾਬ ਨਹੀਂ ਪੀਂਦਾ। ਪਰ ਇਹਨੇ ਜਦੋਂ ਜੀ ਜੰਮ ਦੀਆਂ ਗੱਲਾਂ ਵਗੈਰਾ ਕੀਤੀਆਂ, ਮਾਂ ਕੋਲੇ ਵਗ ਗਿਆ, ਮਾਂ ਕਹਿੰਦੀ ਪੁੱਤ ਇਹ ਨਹੀਂ ਸੁਧਰ। ਮਾਂ ਕੋਸ਼ਿਸ਼ ਤਾਂ ਕਰੀਏ ਨਾ ਆਪਾਂ, ਤੂੰ ਐਂ ਨਾ ਕਹਿ ਵੀ ਮੁੰਡਾ ਮੇਰਾ ਸੁਧਰਦਾ ਨਹੀਂ, ਆਪਾਂ ਕੋਸ਼ਿਸ਼ ਤਾਂ ਕਰ ਸਕਦੇ ਹਾਂ। ਚਲੋ ਜਿਹੜੀ ਇਹਨੇ ਸ਼ਰਾਬ ਪਈ ਸੀ ਮੈਨੂੰ ਲਿਆ ਕੇ ਫੜਾਈ ਜੀ, ਮੈਂ ਇਸੇ ਮਾਂ ਦੇ ਹੱਥੋਂ ਡਲਾਈ, ਮੈਂ ਵੀ ਨਹੀਂ ਡੋਲੀ, ਉਹ ਇਸੇ ਮਾਂ ਦੇ ਹੱਥੋਂ ਮੈਂ ਡਲਾਈ। ਮਾਂ ਡੋਲ ਦੇ। ਤੜਕੇ ਨੂੰ ਇਹ ਕਹਿੰਦਾ ਵੀ ਬਾਈ ਐਂ ਕਰਕੇ ਵੀ ਮੈਨੂੰ ਔਖਾ ਹੋਣਾ। ਚੱਲ ਮੈਂ ਸਿਰਫ ਇਕੱਲਾ ਦੇਖਣਾ ਚਾਹੁੰਦਾ ਵੀ ਹਟਦਾ ਕਿ ਨਹੀਂ ਹਟਦਾ। ਮੈਂ ਸਿਰਫ 30 ਰੁਪਈਆਂ ਦੀ ਦਵਾਈ ਹੋਊ ਜੀ, 40 ਰੁਪਈਆਂ ਦੀ, ਐਵੇਂ ਮੈਂ ਤੁਹਾਨੂੰ ਕਹਿੰਦਾ ਮੈਂ ਦਾਖਲ ਕਰਾਇਆ ਬੋਤਲਾਂ ਨਹੀਂ ਬਾਈ ਜੀ, ਜਿੰਨੀ ਕੁ ਜ਼ਮਾਨ 'ਚੋਂ ਪਹਿਲਾਂ ਵੀ ਗਈ ਸੱਚ ਹੈ ਨਾ। ਤੇ ਇਹਨੇ ਇੱਕ ਦਿਨ ਤਕਲੀਫ ਕੱਟੀ ਤੇ ਦੂਜੇ ਦਿਨ ਇਹ ਸਾਹਮਣੇ ਹੁਣ ਆਉਂਦਾ ਜੀ, ਬਹੁਤ ਆਪਦਾ ਕੰਮ ਧੰਦਾ ਕਰਦਾ, ਉਹੀ ਮਾਂ ਹੈ, ਤੜਕੇ ਹੱਥ ਨੇ ਬੁਲਾਉਂਦਾ ਉਹਨੂੰ ਹੈ ਨਾ। ਤੇ ਮੈਂ ਇਹੀ ਕਹਿਣਾ ਵੀ ਇਹ ਵੀ ਸੁਧਰਿਆ। ਤੁਸੀਂ ਕੈਮਰੇ ਦੇ ਮੂਹਰੇ ਆਓ ਬਾਈ, ਜਿਵੇਂ ਹੁਣ ਆਪਾਂ ਚੈਨ ਲੜੀ ਬਣਾਈਏ। ਹੁਣ ਮੇਰੇ ਕੋਲੇ ਗਰੁੱਪ ਦੇ ਵਿੱਚ ਆ ਜੀ, ਮੈਂ ਗਰੁੱਪ ਬਣਾਇਆ ਹੋਇਆ ਜ਼ਿੰਦਗੀ ਨੂੰ ਹਾਂ ਨਸ਼ੇ ਨੂੰ ਨਾ। ਉਹ ਜਿਹੜੇ ਮੁੰਡਿਆਂ ਨੂੰ ਮੈਂ ਦੇਖਿਆ ਵੀ ਨਹੀਂ, 22-23 ਮੁੰਡੇ ਆ ਜੀ, ਅੱਡੋ ਅੱਡੀ ਜ਼ਿਲ੍ਹਿਆਂ ਦੇ, ਤੇ ਜਿਹੜਿਆਂ ਦੇ ਮੈਂ ਨਾਲ ਆ ਉਹਨਾਂ 'ਤੇ ਵਿਸ਼ਵਾਸ ਨਹੀਂ ਵੀਰੇ ਮੈਂ ਕੀਤਾ। ਉਹਨਾਂ ਦੇ ਰਾਤ ਨੂੰ ਮੈਂ ਬਹਿ ਕੇ ਵੀਡੀਓ ਕਾਲ ਲਾ ਕੇ ਫੈਮਿਲੀ ਨਾਲ, ਕੋਈ ਉਹਨਾਂ ਦੀ ਮੈਸੇਜ ਗੱਲ ਕਰਦੀ ਆ, ਨਾਲ ਮੇਰੇ ਮੈਸੇਜ ਦੋਵੇਂ ਜਣੇ ਬੈਠੇ ਹੁੰਦੇ ਆ, ਕੋਈ ਉਹਨਾਂ ਦੀ ਮਾਂ ਗੱਲ ਕਰਦੀ ਆ। ਹੁਣ ਜਿਵੇਂ ਮਾਂ ਦੱਸੀ ਜਾਂਦੀ ਆ ਵੀ ਮੇਰਾ ਪੁੱਤ ਪਹਿਲਾਂ ਨਸ਼ੇ 'ਚ ਸੀਗਾ ਹੈ ਨਾ, ਮਾਂ ਤਾਂ ਨਹੀਂ ਝੂਠ ਮਾਰੂਗੀ। ਤੇ ਮਾਂ ਜਦੋਂ ਕਹਿੰਦੇ ਆ ਪੁੱਤ ਤੇਰੀ ਵੀਡੀਓ ਦੇਖ ਕੇ ਹੈ ਨਾ, ਐਡਾ ਹੌਸਲਾ ਮਿਲਦਾ ਬਾਈ ਜੀ, ਐਡਾ ਵੀ ਪਰਮਾਤਮਾ ਚੱਲ ਤੂੰ ਮੈਨੂੰ ਸੀ ਸਿੱਧੇ ਲੀਹੇ ਪਾ ਕੇ, ਤੂੰ ਮੇਰੀ ਵੀਡੀਓ ਘਰ ਘਰ ਦੀ ਕਹਾਣੀ ਬਣਾ ਕੇ ਮੇਰੇ ਭਰਾ ਕੁਛ ਤਾਂ ਮੁੜੇ ਨਾ, ਠੀਕ ਹੈ ਨਾ, ਕੁਛ ਤਾਂ ਮੁੜੇ ਹੈ ਨਾ। ਮੈਂ ਤਾਂ ਇਹੀ ਬਹੁਤ ਵੱਡਾ ਹੌਸਲਾ। ਅੱਛਾ ਮਾਂ, ਉਹ ਸਮਾਂ ਭੁੱਲ ਗਏ ਤਾਂ ਅੱਜ ਦਾ ਸਮਾਂ ਕਿਵੇਂ ਦਾ ਲੱਗਦਾ? ਭੁੱਲ ਗਿਆ, ਅੱਜ ਦਾ ਸਮਾਂ ਬਹੁਤ ਵਧੀਆ ਹੈਗਾ ਪੁੱਤ ਮੇਰਾ। ਤੇ ਹੁਣ ਉਹਨਾਂ ਮਾਵਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਚਾਹੁੰਦੀਆਂ ਤੁਹਾਡੇ ਵਾਂਗੂ, ਜਿੱਦੇ ਤੁਹਾਡੇ ਅਥਰੂ ਆਇਆ ਇੰਨੇ ਅਥਰੂ ਖੋਰੇ, ਕਿੰਨੀਆਂ ਕੁ ਮਾਵਾਂ ਹੋਰ ਹਲੇ ਵੀ ਆ ਰਹੇ? ਬਹੁਤ ਆਉਂਦੇ ਨੇ ਪੁੱਤ, ਮੈਂ ਸਾਰੀ ਰਾਤ ਬਹਿ ਕੇ ਕੱਟਦੀ, ਮੈਂ ਸਾਰੀ ਰਾਤ ਰੋਈ ਜਾਣਾ। ਹੁਣ ਜਿੱਦਣ ਇਹ ਮੈਨੂੰ ਵੀਡੀਓ ਕਿਤੇ ਦਿਖਾਉਂਦਾ, ਆਖ ਦਿੰਦਾ ਮਾਂ ਆਏ ਆ, ਮੈਂ ਆਖ ਦਿੰਦੀ ਇਹ ਪੁੱਤ ਸੁਧਰ ਜਾਣਗੇ, ਪਰ ਤੂੰ ਨਹੀਂ ਸੁਧਰਨਾਗਾ। ਤੇ ਸਤਵੀਰ ਕੋਲ ਹੀ ਫੋਨ ਲਾਇਆ, ਫਿਰ ਮੈਨੂੰ ਹੁਣ ਇਹਦਾ ਆਏ ਰਹਿੰਦਾ ਹੈਗਾ ਵੀ ਜੇ ਫੋਨ ਨਹੀਂ ਕਰਿਆਗਾ ਪੁੱਤ, ਆਖ ਦਿੰਦਾ ਕਰਿਆਗਾ ਮੰਮੀ, ਫਿਰ ਮੈਨੂੰ ਆਏ ਹੋ ਜਾਂਦਾ ਹੈਗਾ ਵੀ ਚੰਗਾ, ਜੇ ਮੈਂ ਨਹੀਂ ਇਹਨੂੰ ਆਖ ਦਿੰਦੇ ਵੀ ਮੇਰੀ ਗੱਲ ਕਰਾ। ਤੇ ਹੁਣ ਮੈਂ ਤਾਂ ਆਪ ਕਹਿੰਦੀ ਹਾਂ ਪੁੱਤ, ਇਹੋ ਜਿਹੇ ਜਿਵੇਂ ਮੇਰੀ ਅੱਜ ਸੁਣੀ, ਪਰਮਾਤਮਾ ਸਭ ਦੀ ਸੁਣੇ
ਹੈ ਜੀ ਜੀ ਸਭ ਦੀ ਸੁਣਿਆ। ਤੁਸੀਂ ਕੀ ਕਹੋਗੇ ਜਾਂਦੇ ਜਾਂਦੇ? ਬਾਈ ਜੀ ਮੈਂ ਇਹੀ ਗੱਲ ਕਹਿਣੀ ਚਾਹਣਾ ਹੈ ਕਿ ਜੇ ਕੋਈ ਵੀ ਆਪਾਂ ਹਨਾ ਇੱਕ ਨਸ਼ੇ ਆਪਾਂ ਸ਼ੌਂਕ ਤੇ ਲੱਗ ਜਾਂਦੇ ਆ ਜਾਂ ਕਿਵੇਂ ਵੀ ਲੱਗ ਜਾਂਦੇ ਆ ਤੇ ਜੇ ਆਪਾਂ ਛੱਡਣਾ ਚਾਹੀਏ ਬਾਈ ਉਹਨੂੰ ਛੱਡ ਸਕਦੇ ਆ। ਇਹ ਆਪਣੇ ਇੱਕ ਮਨ ਦਾ ਪਾਲਾ ਕਿ ਮੈਨੂੰ ਕੁਛ ਹੋ ਜੂ ਮੈਂ ਛੱਡ ਨਹੀਂ ਸਕਦਾ। ਆਪਾਂ ਨੂੰ ਹੱਲਾ ਸਿਰੀ ਆ, ਪਰ ਜਿਵੇਂ ਭਰਾ ਨੇ ਮੋਢੇ ਤੇ ਹੱਥ ਰੱਖਿਆ ਬਾਈ ਜੀ ਆਪਾਂ ਇੱਕ ਦੂਜੇ ਨੂੰ ਹੱਲਾ ਸਿਰੀ ਦਈਏ ਵੀ ਬਾਈ ਨਸ਼ਿਆਂ ਦੇ ਵਿੱਚ ਕੁਛ ਨਹੀਂ ਰੱਖਿਆ। ਠੀਕ ਹੈ ਬਾਈ। ਤੇ ਹੁਣ ਬਾਈ ਜੀ ਮੈਂ ਵੀ ਇਹ ਕਹਿਣਾ ਮੈਂ ਆਪਦੀ ਮਿਹਨਤ ਕਰਨੀ ਚਾਹਣਾ, ਕਮਾਈ ਕਰਨੀ ਚਾਹਣਾ, ਮੈਂ ਦੁਬਾਰੇ ਜਿੰਮ ਫੇਰ ਜੁਆਇਨ ਕਰਨਾ ਚਾਹਣਾ ਗਾ, ਚੰਗੀ ਸਿਹਤ ਬਣਾਉਣਾ ਚਾਹਣਾ ਆਪਦੀ। ਠੀਕ ਹੈ, ਚੰਗਾ ਬਾਈ ਵਾਂਗੂ ਜਾਗਰੂਕ ਕਰਨਾ ਚਾਹਣਾ ਵੀ ਬਾਈ ਨਸ਼ਿਆਂ ਚੋਂ ਨਿਕਲੋ, ਹਰ ਇੱਕ ਨੂੰ ਕਹਿਣਾ ਚਾਹਣਾ। ਦੂਸਰੀ ਗੱਲ ਇਹ ਮੈਂ ਅੱਜ ਮੀਡੀਆ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਗਲਤੀ ਮੰਨਦਾ ਕਿ ਮੈਂ ਨਸ਼ੇ ਦੇ ਵਿੱਚ ਮਾਂ ਤੇ ਹੱਥ ਵੀ ਚੱਕੇ। ਅੱਜ ਮਾਂ ਦੇ ਪੈਰੀ ਹੱਥ ਵੀ ਲਾਉਣਾ ਮੈਂ ਸਭ ਦੇ ਸਾਹਮਣੇ। ਠੀਕ ਹੈ, ਤੇ ਮੈਂ ਮਾਂ ਤੋਂ ਵੀ ਮਾਫੀ ਮੰਗਦਾ ਵੀ ਮਾਵਾਂ ਹਰੇਕ ਨੂੰ ਦੇਵੇ, ਦਿੰਦਾ ਵੀ ਆ ਰੱਬ ਹਨਾ। ਇੱਕ ਤਾਂ ਆਪਾਂ ਕਹਿੰਦੇ ਆ ਵੀ ਕਿਸੇ ਦੀ ਰੱਬ ਮਾਂ ਨਾ ਖੋਵੇ। ਦੂਸਰਾ ਜੇ ਕਿਸੇ ਦੀ ਮਾਂ ਹੈਗੀ ਆ ਬਾਈ ਉਹਨੂੰ ਬੋਲੋ ਨਾ। ਮਾਂ ਕਦੇ ਆਪਦੇ ਪੁੱਤ ਦਾ ਮਾੜਾ ਨਹੀਂ ਸੋਚਦੀ ਹੁੰਦੀ। ਮਾਂ ਨੇ ਬਾਈ ਜੀ ਮੈਨੂੰ ਫੇਰ ਵੀ ਹੱਲਾ ਸੇਰੀਆਂ ਦੇਣੀਆਂ, ਮੈਨੂੰ ਪਏ ਨੂੰ ਹਨਾ ਸ਼ਰਾਬੀ ਦੇ ਮੇਰੇ ਮੂੰਹ ਦੇ ਵਿੱਚ ਦਹੀਂ ਪਾਉਣਾ, ਲੱਸੀ ਪਾਉਣੀ ਵੀ ਮੇਰੇ ਪੁੱਤ ਦੇ ਅੰਦਰ ਥੋੜਾ ਜਿਹਾ ਕੁਝ ਜਾਵੇ। ਮੈਂ ਹਫਤਾ ਬਾਈ ਭੁੱਖਾ ਰਹਿੰਦਾ ਸੀ, ਕੋਈ ਖਾਂਦਾ ਪੀਂਦਾ ਨਹੀਂ ਸੀ, ਪਰ ਮਾਂ ਨੇ ਫੇਰ ਵੀ ਦੁੱਧ ਲਿਆਉਣਾ, ਮਾਂ ਨੇ ਦਹੀਂ ਜਮਾ ਕੇ ਮੈਨੂੰ ਖਵਾਉਣਾ ਪਿਆਉਣਾ। ਅੱਜ ਉਹਦੀ ਬਦੌਲਤ ਅੱਜ ਮਾਂ ਦੇ ਕਰਮਾਂ ਦਾ ਫਲ ਉਹਨੂੰ ਵੀ ਮਿਲ ਗਿਆ। ਇਹਨਾਂ ਦੀ ਸੋਚ ਸਹੀ ਸੀ ਤੇ ਬਾਈ ਮੈਂ ਵੀ ਸੁਧਰ ਗਿਆ ਜੀ। ਇੱਕ ਨਾ ਕੀ ਕਹੋਗੇ? ਮੈਂ ਨਾ ਵੀਰ ਜੀ ਇੱਕ ਗੱਲ ਛੋਟੀ ਜਿਹੀ ਤੁਹਾਨੂੰ ਹੋਰ ਕਹਿਣਾ ਚਾਹੂੰਗਾ ਵੀ ਮੁੰਡੇ ਦੇਖੋ ਛੱਡ ਕੇ ਬਹੁਤ ਹਨਾ ਆਈ ਜਾਂਦੇ ਆ। ਉਹ ਤੁਸੀਂ ਮੈਂ ਉਹ ਇਹਨਾਂ ਬਾਈਆਂ ਨੂੰ ਕਹਿਣਾ, ਮੈਂ ਇੱਕ ਦੋ ਵੀਡੀਓ ਦੇਖੀਆਂ, ਉਹਨਾਂ ਨੂੰ ਮੈਂ ਇਹ ਕਹੂੰਗਾ ਵੀ ਤੁਸੀਂ ਇਹ ਵੀ ਦੱਸ ਦਿਓ ਵੀ ਅਸੀਂ ਉਹ ਨਸ਼ਾ ਕੀਤਾ, ਅਸੀਂ ਉਹ ਨਸ਼ਾ ਦਿੱਤਾ, ਵੀ ਦੱਸਣ ਦਾ ਹੱਕ ਵੀ ਬਣਦਾ। ਤੁਸੀਂ ਦੱਸੋ, ਆਪਾਂ ਜਦੋਂ ਮਾੜੇ ਸੀ ਤਾਂ ਮਾੜੇ ਸੀਗੇ ਹਨਾ, ਦੱਸਣ ਦੇ ਨਾਲ ਤੁਸੀਂ ਰੇਹਾਂ ਸਪਰੇਹਾਂ ਮੈਂ ਵੀ ਦੱਸਿਆ। ਵਿੱਚ ਅੱਧਿਆਂ ਨੇ ਕਿਹਾ ਵੀ ਮੈਂ ਸਲਫਾਸ ਖਾਧੀ ਐਂ ਕੀਤੀ, ਵੀ ਐਡਾ ਨਾ ਵੀ ਸਲਫਾਸ ਵਾਲਾ ਬੰਦਾ ਹਨਾ ਤੁਸੀਂ ਵੀ ਆਪਦੇ ਫੇਮ ਦੇ ਮਾਰੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਨਾ ਖੇਡੋ। ਮੁੜ ਕੇ ਉਹ ਗੱਲਾਂ ਤਾਂ ਦੱਸ ਦਿੰਦੇ, ਜਦੋਂ ਆ ਜਾਂਦੇ ਆ ਡਾਈਟ ਦੀ ਗੱਲ ਵੀਰ ਜੀ ਹਨਾ, ਉਹ ਡਾਈਟ ਕਹਿ ਦਿੰਦੇ ਅਸੀਂ ਮੁੱਲ ਵੇਚਦੇ ਆ। ਅਸੀਂ ਜਿਹੜੀ ਆਪਦੀ ਹੁਣ ਮੈਂ ਖਾਣਾ, ਜੇ ਮੈਂ ਮੇਰੇ ਭਰਾਵਾਂ ਨੂੰ ਇਹਨਾਂ ਨੂੰ ਦੱਸ ਦੂੰਗਾ ਮੇਰਾ ਕੀ ਹੱਸ ਜੂ ਉਹਦੇ 'ਚ। ਮੈਂ ਹੁਣ ਜੇ ਮੈਨੂੰ ਫੋਨ ਆਉਂਦਾ ਵੀ ਭਾਈ ਡਾਈਟ ਦੱਸ, ਜਿਹੜਾ ਮੈਂ ਆਥਣ ਤੋਂ ਲੈ ਕੇ ਤੜਕੇ ਤੱਕ ਖਾਣਾ, ਮੈਂ ਮੀਟ ਆਂਡੇ ਸ਼ਰਾਬ ਸ਼ਰਾਬ ਨਾ ਕਹਿ ਗਿਆ ਜੀ, ਮੀਟ ਆਂਡੇ ਲਾ ਲਓ, ਦਹੀਂ ਲਾ ਲਓ ਹਨਾ, ਅਦਰਕ ਲਾ ਲਓ, ਵੀ ਜਿੰਨਾ ਵੀ ਹੁੰਦਾ ਬਦਾਮ ਘਿਓ, ਤੇ ਵੀ ਇਹ ਚੀਜ਼ਾਂ ਆਪਾਂ ਦੱਸ ਦਾਂਗੇ ਤੇ ਆਪਣੇ ਕੀ ਉਹ ਹੈ ਵੀ ਉਹ ਕਹਿ ਦਿੰਦੇ ਮੁੜ ਕੇ ਜੀ ਅਸੀਂ ਤਾਂ ਵੇਚਣ ਲੱਗੇ, ਅਸੀਂ ਤਾਂ ਸਾਨੂੰ ਮੁੱਲ ਲੈਂਦੇ ਆ। ਵੀ ਵੀਰੇ ਜਦੋਂ ਆਪਾਂ ਮਾੜੇ ਸੀ ਹਨਾ, ਮਾੜੇ ਲੱਛਣ ਕਰਦੇ ਸੀ, ਉਹ ਤਾਂ ਹੁੱਬ ਕੇ ਦੱਸਦੇ, ਹੁਣ ਆਪਾਂ ਚੰਗੇ ਬਣ ਗਏ, ਆਪਣੀਆਂ ਚੰਗੀਆਂ ਗੱਲਾਂ ਵੀ ਦੱਸੋ ਨਾ। ਪਹਿਲਾਂ ਤਾਂ ਆਪਣੀ ਘਰ ਦੀ ਕਹਾਣੀ ਨਸ਼ਾ ਨਿਕਲਿਆ, ਤੇ ਹੁਣ ਆਪਾਂ ਦੱਸੋ ਵੀ ਅਸੀਂ ਚੰਗੇ ਬਣ ਗਏ। ਚੰਗੇ ਬਣ ਕੇ ਸਾਡੀ ਆਹ ਡਾਈਟ ਹੈ, ਤੁਸੀਂ ਵੀ ਵੀਰ ਬਣ ਕੇ ਆਹ ਚੀਜ਼ਾਂ ਖਾਓ। ਜਦੋਂ ਆ ਜਾਂਦੇ ਦੁੱਧ ਘਿਓ ਦੀ ਗੱਲ ਆ, ਉਹ ਕਹਿਣਗੇ ਜੀ ਅਸੀਂ ਡਾਈਟ ਤੇ ਆ, ਸਾਡੇ ਫੈਟ ਚੜ੍ਹਦੀ ਆਇਆ ਕਰਦੇ ਆ। ਵੀ ਇੱਕ ਤਾਂ ਬੰਦੇ ਨੇ ਵੀਰੇ ਨਸ਼ਾ ਛੱਡਿਆ, ਉਤੋਂ ਤੁਸੀਂ ਆਹ ਚੀਜ਼ਾਂ ਬੰਦ ਕਰਾਈ ਜਾਂਦੇ ਹੋ ਹਨਾ। ਵੀ ਚਲੋ ਤੁਸੀਂ ਖਿਡਾਰੀ ਬਣ ਗਏ, ਆਪਾਂ ਖਿਡਾਰੀ ਤਾਂ ਕਹਿੰਦੇ ਵੀ ਸਾਰੇ ਖਿਡਾਰੀ ਬਣਨ ਹਨਾ, ਵੀ ਖਿਡਾਰੀ ਬਣ ਗਏ। ਤੁਸੀਂ ਐਂ ਦੱਸੋ ਵੀ ਬਾਈ ਇਹ ਸਾਨੂੰ ਇੰਨਾ ਚਿਰ ਹੋ ਗਿਆ ਗਰਾਊਂਡਾਂ 'ਚ, ਵੀ ਤਾਂ ਸਾਡੀ ਅਸੀਂ ਆਹ ਫਾਈਟ ਉਹ ਕਰਦੇ ਆ ਵੀ ਫਾਈਟ ਵਾਲੀਆਂ ਚੀਜ਼ਾਂ ਜਾਂ ਵਗੈਰਾ ਬੰਦ ਕਰਦੇ ਆ। ਵੀ ਜਿਹੜੇ ਮੁੰਡੇ ਛੱਡ ਕੇ ਆਉਂਦਾ ਉਹਨਾਂ ਨੂੰ ਇਹ ਨਾ ਬੋਲੋ, ਉਹਨਾਂ ਨੂੰ ਅਦਰਕ ਪੀਣ ਦਿਓ ਜੀ ਹਨਾ, ਬਦਾਮ ਖਾਣ ਦਿਓ, ਆਪਦਾ ਆਂਡਾ ਖਾਓ, ਤੇ ਜਿਹੜਾ ਆਪਦਾ ਮੀਟ ਆ ਉਹ ਖਾਓ, ਸਭ ਕੁਛ ਇਹ ਜਿਹੇ ਡਾਈਟਾਂ ਦੱਸੋ ਜੀ। ਤੇ ਮੈਂ ਛੋਟੀ ਜਿਹੀ ਇਹੀ ਗੱਲ ਕਹੂੰਗਾ ਵੀ ਸਿਰਫ ਫੇਮ ਲੈਣ ਦੇ ਮਾਰੇ ਨਾ ਆ ਜਿਹੜੀਆਂ ਸਲਫਾਸ ਕਹਿਤੀ ਜੀ ਮੱਦੀ ਵਿੱਚ ਕਾਲੀ, ਮੈਂ 3 ਪ੍ਰਕਾਰ ਦੀਆਂ ਸਪਰੇਹਾਂ ਘੋਲ ਲਈਆਂ। ਮੈਂ ਸਿਰਫ ਵੀਰ ਜੀ ਕੋਕ 3 ਪ੍ਰਕਾਰ ਦੇ ਲਿਆਂਦੇ ਸੀ, ਉਹਦੇ ਵਿੱਚ ਇੰਨੀ ਕੁ ਮੈਂ ਕਹਿੰਦਾ ਵੀ 3-4 ਢੱਕਣ ਹੋਣਗੇ ਸਪਰੇਅ ਦੇ, ਉਹ ਪਾ ਕੇ ਪੀਤੀ। ਤੇ 21 ਦਿਨ ਮੈਂ ਅੱਜ ਕਬੂਲ ਕਰਦਾ ਵੀ 21 ਦਿਨ ਮੈਨੂੰ ਐ ਨਹੀਂ ਸੀ ਪਤਾ ਲੱਗਿਆ ਵੀ ਹਸਪਤਾਲ 'ਚ ਮੈਂ ਕਿੱਥੇ ਪਿਆ ਤੇ ਕਿੱਥੇ ਨਹੀਂ ਪਿਆ। ਇਹ ਮੇਰਾ ਐਡਾ ਜ਼ਿਆਦਾ ਮੈਨੂੰ ਬਣਾ ਸਕਦੀ ਹੈ, ਤੇ ਉਹ 3 ਪ੍ਰਕਾਰ ਦੀਆਂ ਸਪਰੇਹਾਂ ਤੇ ਸਲਫਾਸ ਬੰਦੇ ਨੂੰ ਜਿੰਦਾ ਕਰ ਦੂ। ਵੀ ਇੱਕ ਗੱਲਾਂ ਫੇਮ ਦੇ ਮਾਰੇ ਨਾ ਪੱਤਰਕਾਰ ਵੀਰਾਂ ਨੂੰ ਵੀ ਕਹੂੰਗਾ ਵੀ ਥੋੜ੍ਹੀ ਜਿਹੀ ਤਾਂ ਤੁਸੀਂ ਐਡਿਟ ਕਰਕੇ ਕਰੀ ਜਾਂਦੇ ਹੋ ਹਨਾ, ਇਹੋ ਜਿਹੀਆਂ ਗੱਲਾਂ ਵੀ ਯਾਰ ਤੁਸੀਂ ਉਹ ਕਰਿਆ ਕਰੋ। ਮਾੜਾ ਜਿਹਾ ਵੀਰ ਬਣ ਕੇ ਤੁਸੀਂ ਇਹ ਗੱਲਾਂ ਦਾ ਧਿਆਨ ਵੀ ਰੱਖੋ ਨਾ ਹਨਾ। ਤੇ ਉਹ ਮੁੰਡਿਆਂ ਤੇ ਬਹੁਤ ਅੱਜ ਕੱਲ੍ਹ ਦੇ ਕਿਉਂ ਘਰੇ ਡਰਾਉਣ ਦੇ ਮਾਰੇ, ਜੇ ਕਿਸੇ ਨੇ ਸਲਫਾਸ ਖਾ ਲਈ ਜੀ ਵੀ ਆਪਾਂ ਤਾਂ ਘਰੇ ਡਰਾਉਣੀ ਆ, ਮਾਂ ਤੋਂ ਪੈਸੇ ਲੈਣੇ ਆ, ਕਿਉਂ ਡਰਾਉਂਦੇ ਕਿਉਂ? ਨਸ਼ੇ ਦੀ ਤੋੜ ਕਰਕੇ ਜੀ, ਠੀਕ ਹੈ ਨਾ, ਨਸ਼ੇ ਦੀ ਤੋੜ ਕਰਕੇ ਉਹ ਡਰਾਉਣਗੇ। ਜੇ ਕਿਸੇ ਨੇ ਮਾੜੀ ਜੀ ਮੈਂ ਕਹਿੰਦਾ ਸਲਫਾਸ ਖਾ ਲਈ ਬੰਦਾ ਬਚ ਜੂ, ਨਾਲ ਦੀ ਨਾਲ ਹੋ ਜੂ। ਵੀ ਇਹ ਗੱਲਾਂ ਤੋਂ ਮੈਂ ਹੱਥ ਬੰਨ੍ਹ ਕੇ ਬੇਨਤੀ ਆ ਬਾਈ, ਫੇਮ ਆਪਦੀ ਭਾ ਇਹਦੇ ਨਾਲ ਲਓ, ਮਿਹਨਤ ਕਰੋ, ਜਿੰਮਾਂ 'ਚ ਕਰੋ, ਗਰਾਊਂਡਾਂ 'ਚ ਕਰੋ, ਕੁਛ ਮਰਜ਼ੀ ਕਰੋ ਹਨਾ, ਵੀ ਆਪਦੀ ਮਿਹਨਤ ਕਰੋ, ਪਰ ਆਹ ਚੀਜ਼ਾਂ ਦਾ ਫੇਮ ਨਾ ਲਓ। ਠੀਕ ਹੈ ਨਾ, ਵੀ ਅਸੀਂ ਆਹ ਕਰ ਲਿਆ ਜੀ ਉਹ ਕਰ ਲਿਆ। ਵੀ ਵੀਰੇ ਧੰਨਵਾਦ ਤੁਹਾਡਾ ਹਨਾ। ਇੱਕ ਛੋਟੀ ਜਿਹੀ ਮੇਰੀ ਬੇਨਤੀ ਹੋਰ ਹੈ ਜੀ, ਵੀ ਦੇਖੋ ਹੁਣ ਸਰਕਾਰ ਨੇ ਅੱਜ ਆਰਡਰ ਆ ਗਏ ਵੀ ਜਿੰਮ ਬੰਦ ਕਰਨ ਵਾਸਤੇ। ਜਿਹੜੇ ਮੁੰਡੇ ਚਲੋ ਹੁਣ ਮੈਂ ਜ਼ਿੰਦਗੀ ਦੇ ਵਿੱਚ ਆਪਦਾ ਪ੍ਰਾਣ ਲੈ ਲਿਆ ਵੀ ਮੈਂ ਇਸ ਪਾਸੇ ਨਹੀਂ ਜਾਣਾ। ਹੁਣ ਜਿਹੜੇ ਮੁੰਡੇ ਮੈਂ ਚਲੋ ਪਰਮਾਤਮਾ ਦੀ ਕਿਰਪਾ ਹੋਈ ਹੈ ਜੀ ਹਨਾ, ਆਪਣੀ ਵੀਡੀਓ ਕਰਕੇ ਲਾ ਲਓ ਕਿਵੇਂ ਲਾ ਲਓ, ਵੀ ਪਰਮਾਤਮਾ ਉਹ ਜਿਹੜੇ ਮੁੰਡੇ ਥੋੜੇ ਜਿੰਮ ਜਾਣ ਲੱਗਿਆ, ਮਿਹਨਤ ਕਰਨ ਲੱਗਿਆ ਜੀ, ਹੁਣ ਉਹ ਸਰਕਾਰ ਨੇ ਕਹਿੰਦਾ ਜਿੰਮ ਬੰਦ ਕਰਨੇ ਨੇ, ਵੀ ਉਹ ਦੁਬਾਰੇ ਕਿਤੇ ਉਹ ਵਾਪਸ ਨਾ ਉਹ ਨਸ਼ੇ ਦੇ ਵਿੱਚ ਵਗ ਜਾਣ। ਸਰਕਾਰ ਨੂੰ ਚਾਹੀਦਾ ਵੀ ਇਕੱਲੇ ਜਿੰਮਾਂ ਦਾ ਚਲੋ ਲੋਕਡਾਊਨ ਕਰ ਲਓ, ਕਿਵੇਂ ਕਰ ਲਓ, ਗਰੁੱਪਾਂ ਦੇ ਵਿੱਚ ਵੰਡ ਦਿਓ ਨਾ ਉਹਨਾਂ ਨੂੰ, ਸਾਰਾ ਦੇਣਾ ਜਿੰਮਾਂ ਨੂੰ 10-10 5-5 ਬੰਦਿਆਂ ਦਾ ਗਰੁੱਪ ਬਣਾ ਦਿਓ। ਗਰੁੱਪ ਬਣਾ ਕੇ ਮੇਰੀਆਂ ਬੇਟੀਆਂ ਵੀ ਅੱਜ ਕਹੀ ਜਾਣ ਪਾਪਾ ਜਿੰਮ ਤਾਂ ਨਹੀਂ ਬੰਦ ਹੁੰਦੇ, ਪਾਪਾ ਐਂ ਤਾਂ ਨਹੀਂ ਹੁੰਦੇ। ਬੱਚਿਆਂ ਨੂੰ ਵੀ ਫਿਕਰ ਆ ਜੀ ਵੀਰ ਜੀ ਇਹ ਗੱਲਾਂ ਦਾ, ਠੀਕ ਹੈ ਨਾ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਨਾ ਤੁਸੀਂ ਅੱਜ ਕੀਮਤੀ ਸਮੇਂ 'ਚ ਸਮਾਂ ਦਿੱਤਾ।
ਤੋ ਅੱਜ ਇੱਕ ਤਸਵੀਰ ਜਾਂ ਇੱਕ ਪੰਜਾਬ ਦੀ ਤਰਾਸਦੀ ਤੁਹਾਡੇ ਨਾਲ ਸਾਂਝੀ ਕੀਤੀ ਆ। ਅੱਜ ਉਸ ਮਾਂ ਨੇ ਵੀ ਰੋ ਕੇ ਆਪਣੀ ਉਹ ਗੱਲ ਦੱਸੀ ਆ, ਉਹ ਤਰਾਸਦੀ ਦੱਸੀ ਆ ਕਿ ਮੇਰਾ ਪੁੱਤ ਮੇਰੇ ਤੇ ਹੱਥ ਵੀ ਚੁੱਕ ਦਿੰਦਾ ਸੀ। ਹਾਲਾਂਕਿ ਇੰਟਰਵਿਊ ਦੇ ਵਿੱਚ ਮੈਂ ਖੁਦ ਵੀ ਭਾਵੁਕ ਹੋ ਗਿਆ, ਕਿਉਂਕਿ ਜਦੋਂ ਇਹ ਗੱਲ ਇੱਕ ਮਾਂ ਦੇ ਮੂੰਹੋਂ ਸੁਣਦੇ ਆ ਕਿ ਮੇਰਾ ਪੁੱਤ ਮੇਰੇ ਤੇ ਹੱਥ ਤੱਕ ਚੁੱਕ ਦਿੰਦਾ ਸੀ, ਤਾਂ ਉਸ ਤੋਂ ਬਾਅਦ ਜਿਹੜਾ ਅਸੀਂ ਸਾਡਾ ਖੁਦ ਅੰਦਰ ਰੋ ਰਿਹਾ ਸੀ, ਦਿਲ ਰੋ ਰਿਹਾ ਸੀ। ਸੋ ਇਦਾਂ ਦੀਆਂ ਸਟੋਰੀਜ਼ ਲੈ ਕੇ ਅਸੀਂ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਖਾਸ ਕਰ ਜਿਹੜੇ ਸਾਡੀ ਇਹ ਸਟੋਰੀ ਦੇਖ ਰਹੇ ਆ, ਇਹਨੂੰ ਅੱਗੇ ਸਾਂਝੀ ਜ਼ਰੂਰ ਕਰਿਓ। ਤੇ ਜੇਕਰ ਕੋਈ ਵੀ ਆਪਣੀ ਸਟੋਰੀ ਜਿਹੜੀ ਆ ਸਾਂਝੀ ਕਰਨਾ ਚਾਹੁੰਦਾ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ, ਕਿਉਂਕਿ ਤੁਹਾਡੇ ਇਸ ਦਲਦਲ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਸ਼ਾਇਦ ਹੋਰ 2-4 ਘਰ ਜਿਹੜੇ ਆ ਉਹ ਸੁਧਰ ਸਕਣ, ਸ਼ਾਇਦ ਹੋਰ 2-4 ਜਿਹੜੇ ਮਾਵਾਂ ਦੇ ਪੁੱਤ ਆ ਉਹ ਸੁਧਰ ਸਕਣ, ਮਾਵਾਂ ਦੇ ਅੰਜੂ ਜਿਹੜੇ ਆ ਉਹ ਪੂੰਝ ਸਕਣ। ਜਿਹੜੀਆਂ ਮਾਵਾਂ ਨੇ 5-5 ਸਾਲ 10-10 ਸਾਲ 15-15 ਸਾਲ 20-20 ਸਾਲ ਹੰਝੂ ਡਿੱਗੇ ਆ, ਉਹ ਹੰਝੂ ਪੂੰਝਣਗੇ ਤਾਂ ਇਹ ਆਪਣੇ ਸਭ ਦੇ ਉਦਮ ਦੇ ਨਾਲ ਹੋਊਗਾ। ਜਿਵੇਂ ਸੁਖਵੀਰ ਬਾਈ ਨੇ ਕਿਹਾ ਕਿ ਸਾਨੂੰ ਚੇਨ ਬਣਾਉਣੀ ਪੈਣੀ ਆ, ਸਰਕਾਰਾਂ ਤੇ ਨਹੀਂ ਸਿੱਟਣਾ ਕਿ ਸਰਕਾਰਾਂ ਨਸ਼ਾ ਖਤਮ ਨਹੀਂ ਕਰਦੀਆਂ। ਜੇਕਰ ਅਸੀਂ ਖੁਦ ਨਸ਼ੇ ਨੂੰ ਨਾ ਕਹਾਂਗੇ ਤਾਂ ਉਸ ਤੋਂ ਬਾਅਦ ਜ਼ਰੂਰ ਅਸੀਂ ਸਫਾਇਆ ਇਸ ਨਸ਼ੇ ਦਾ ਜਿਹੜਾ ਕਰ ਸਕਦੇ ਹਾਂ। ਸਮੇਂ-ਸਮੇਂ ਤੇ ਇਦਾਂ ਦੀਆਂ ਸਟੋਰੀਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦੇ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।